ਵਾਹਿਗੁਰੂ ਸਤਿਨਾਮ 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 ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਆਪ ਜੀ ਜੁੜ ਚੁੱਕੇ ਹੋ ਜੋ ਗੁਰਮਤਿ ਦੀ ਕਲਾਸ, ਸਿੱਖ ਰਹਿਤ ਮਰਿਆਦਾ ਦੀ ਕਲਾਸ ਹਰ ਰੋਜ਼ ਦੀ ਤਰ੍ਹਾਂ ਜੋ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਸ਼ਾਣੀ ਬੜੌਦਾ ਵਿਖੇ ਚੱਲ ਰਹੀ ਹੈ। ਇਸ ਗੁਰਮਤਿ ਕਲਾਸ ਦਾ ਆਪ ਜੀ ਲਾਹਾ ਜੋ ਹੈ ਉਹ ਲੈ ਰਹੇ ਹੋ। ਆਪਾਂ ਪਿਛਲੇ ਦਿਨਾਂ ਦੇ ਅੰਦਰ ਜੋ ਵਿਚਾਰਿਆ ਹੈ ਸਿੱਖ ਰਹਿਤ ਮਰਿਆਦਾ ਦੇ ਅੰਦਰ ਕਿ ਇੱਕ ਸਿੱਖ ਦੀ ਰਹਿਣੀ ਕਿਵੇਂ ਦੀ ਹੋਣੀ ਚਾਹੀਦੀ ਹੈ, ਉਹਦੇ ਵਿੱਚ ਆਪਾਂ ਪਹਿਲਾਂ ਸਿੱਖ ਦੀ ਆਪਣੀ ਸ਼ਖਸੀ ਰਹਿਣੀ ਬਾਰੇ ਗੱਲ ਕੀਤੀ ਹੈ ਕਿ ਸਿੱਖ ਦਾ ਅੰਮ੍ਰਿਤ ਵੇਲੇ ਦਾ ਜਾਗਣਾ, ਸਿੱਖ ਦੇ ਗੁਰਬਾਣੀ ਪੜ੍ਹਨੀ, ਫਿਰ ਉਸ ਤੋਂ ਬਾਅਦ ਅਰਦਾਸ, ਫਿਰ ਉਹਦੇ ਗੁਰਦੁਆਰੇ ਦੇ ਕੀ ਕਾਰਜ ਹਨ, ਉਹਨੇ ਕਿਵੇਂ ਆਪਣੇ ਜੀਵਨ ਦੇ ਵਿੱਚ ਗੁਰਦੁਆਰੇ ਆ ਕੇ ਕਿਵੇਂ ਸਤ ਸੰਗਤ ਕਰਨੀ ਹੈ, ਕਿਵੇਂ ਉਹਨੇ ਕਥਾ ਸਰਵਣ ਕਰਨੀ ਹੈ, ਕਿਵੇਂ ਕੀਰਤਨ ਸਰਵਣ ਕਰਨਾ ਹੈ ਜਾਂ ਕੀਰਤਨ ਕਰਨਾ ਹੈ। ਇਹ ਸਾਰੇ ਆਪਾਂ ਜਿਹੜੀ ਮਰਿਆਦਾ ਹੁਣ ਤੱਕ ਵਿਚਾਰ ਚੁੱਕੇ ਹਾਂ। ਹੁਣ ਅੱਜ ਜੋ ਸਿੱਖ ਰਹਿਤ ਮਰਿਆਦਾ ਦਾ ਇਸੇ ਹੀ ਸ਼ਖਸੀ ਰਹਿਣੀ ਦਾ ਦੂਸਰਾ ਭਾਗ ਆਰੰਭ ਹੋਣ ਲੱਗਾ ਹੈ, ਜੋ ਗੁਰਮਤਿ ਦੀ ਰਹਿਣੀ ਹੈ। ਇਹ ਗੁਰਮਤਿ ਦੀ ਰਹਿਣੀ ਆਪਾਂ ਹੁਣ ਇਸ ਕਲਾਸ ਦੇ ਵਿੱਚ ਵਿਚਾਰਨੀ ਹੈ। ਸੋ ਆਪ ਜੀ ਸੰਗਤ ਜਲਦੀ ਤੋਂ ਜਲਦੀ ਜੁੜ ਜਾਵੇ ਤੇ ਆਪਾਂ ਇਹ ਜੋ ਹੈ ਇਹਨੂੰ ਆਰੰਭ ਕਰਦੇ ਹਾਂ। ਸਾਰੀ ਸੰਗਤ ਦਾ ਜੁੜਨ ਤੋਂ ਬਹੁਤ ਬਹੁਤ ਧੰਨਵਾਦ, ਜਿਹੜੀ ਸੰਗਤ ਜੁੜ ਚੁੱਕੀ ਹੈ। ਸੋ ਇੱਕ ਅੱਧੇ ਮਿੰਟ ਤੱਕ ਸਾਰੀ ਸੰਗਤ ਜੁੜ ਜਾਵੇ ਤੇ ਆਪਾਂ ਇਸ ਕਲਾਸ ਦੀ ਆਰੰਭਤਾ ਕਰਦੇ ਹਾਂ। ਉਨੀ ਦੇਰ ਆਪ ਜੀ ਜੋ ਆਪਾਂ ਅੱਜ ਵਿਸ਼ੇ ਦੀ ਆਰੰਭਤਾ ਕਰਨੀ ਹੈ ਉਹ ਮੈਂ ਆਪ ਜੀ ਦੀ ਸਕਰੀਨ ਦੇ ਉੱਤੇ ਸ਼ੋਅ ਕਰ ਦੇਵਾਂ ਤਾਂ ਕਿ ਆਪ ਜੀ ਨੂੰ ਸੁਖੈਨ ਪਤਾ ਲੱਗ ਜਾਵੇ ਕਿ ਅੱਜ ਆਪਾਂ ਕਿਸ ਬਾਰੇ ਗੱਲ ਕਰਨੀ ਹੈ। ਸੋ ਆਪ ਜੀ ਆਪਣੀ ਸਕਰੀਨ ਦੇ ਉੱਤੇ ਜੋ ਦੇਖ ਰਹੇ ਹੋ ਗੁਰਮਤਿ ਦੀ ਰਹਿਣੀ, ਇਹਦੇ ਬਾਰੇ ਆਪਾਂ ਜਿਹੜੀ ਹੈ ਸਮੁੱਚੀ ਵਿਚਾਰ ਉਹ ਕਰਨੀ ਹੈ। ਜਿੰਨੀ ਚਿਰ ਸੰਗਤ ਜੁੜਦੀ ਹੈ 1-2 ਮਿੰਟ ਦੇ ਅੰਦਰ ਆਪ ਜੀ ਇਹਨੂੰ ਪੜ੍ਹਨਾ ਕਰੋ ਤੇ ਫਿਰ ਆਪਾਂ ਇਸੇ ਹੀ ਗੁਰਮਤਿ ਦੀ ਰਹਿਣੀ ਦੇ ਉੱਪਰ ਸਮੁੱਚੀ ਵਿਚਾਰ ਕਰਨੀ ਹੈ। ਸਤਿਨਾਮ ਵਾਹਿਗੁਰੂ 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 ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜੀ, ਅੱਜ ਸਾਡੇ ਨਾਲ ਸੂਰਤ ਤੋਂ ਵੀ ਸੰਗਤ ਜੁੜੀ ਹੈ। ਗਿਆਨੀ ਗੁਰਮੀਤ ਸਿੰਘ ਜੀ ਦਾ ਧੰਨਵਾਦ, ਸੂਰਤ ਤੋਂ ਸਾਡੇ ਨਾਲ ਜੁੜੇ ਹੋਏ ਆ। ਇਸੇ ਤਰ੍ਹਾਂ ਜਿਵੇਂ ਜਿਵੇਂ ਸਮੁੱਚੇ ਗੁਜਰਾਤ ਵਿੱਚ ਪਤਾ ਚੱਲ ਰਿਹਾ ਹੈ ਤਿਵੇਂ ਤਿਵੇਂ ਸੰਗਤ ਜਿਹੜੀ ਹੈ ਗੁਜਰਾਤ ਤੋਂ ਜਾਂ ਇਸ ਆਪਣੇ ਲਾਗੇ ਰਾਜਸਥਾਨ ਤੋਂ ਵੀ ਸੰਗਤ ਜਿਹੜੀ ਹੈ ਉਦੈਪੁਰ ਤੱਕ ਜੁੜ ਰਹੀ ਹੈ। ਤੋ ਅਸੀਂ ਬਹੁਤ ਧੰਨਵਾਦੀ ਹਾਂ ਜੋ ਇਹਨਾਂ ਕਲਾਸਾਂ ਦਾ ਲਾਭ ਸੰਗਤ ਲੈ ਰਹੀ ਹੈ।
तो ਆਪਾਂ जो गुरमत ਦੀ ਰਹਿਣੀ ਆਪ ਜੀ ਪੜ੍ਹ ਰਹੇ ਹੋ, ਜੋ ਵਿਸ਼ੇਸ਼ ਤੌਰ ਤੇ ਆਪ ਜੀ ਦੀ ਸਕਰੀਨ ਤੇ ਆ ਰਹੀ ਹੈ, ਇਹਦੇ ਬਾਰੇ ਆਪਾਂ ਜਿਹੜੀ ਹੈ ਵਿਚਾਰ ਉਹਦੀ ਆਰੰਭਤਾ ਕਰਨੀ ਹੈ ਜੀ। ਸਭ ਤੋਂ ਪਹਿਲਾਂ ਸਾਧ ਸੰਗਤ ਜੀ, ਜੋ ਪੰਥ ਨੇ ਵਿਚਾਰ ਦਿੱਤੀ ਸੀ, ਗੁਰਦੁਆਰੇ ਦੀ ਮਰਿਆਦਾ ਆਪਾਂ ਕੱਲ ਵਿਚਾਰੀ ਸੀ। ਉਸ ਤੋਂ ਉਪਰੰਤ ਅਗਲੀ ਗੱਲ ਜਿਹੜੀ ਹੈ ਉਹ ਸਿੱਖ ਦੇ ਆਪਣੇ ਹੀ ਜੀਵਨ ਤੋਂ, ਆਪਣੇ ਨਿੱਜੀ ਜੀਵਨ ਤੋਂ ਜਿਹੜੀ ਗੱਲ ਹੈ ਉਹ ਚੱਲਦੀ ਹੈ ਕਿ ਸਿੱਖ ਦਾ ਆਪਣਾ ਨਿੱਜੀ ਵਰਤਾਰਾ, ਨਿੱਜੀ ਜੀਵਨ ਕਿਵੇਂ ਦਾ ਹੋਵੇ, ਉਹਦੀ ਰਹਿਣੀ ਕਿਵੇਂ ਦੀ ਹੋਵੇ, ਉਹਨੂੰ ਸਪਸ਼ਟ ਤੌਰ ਦੇ ਉੱਤੇ ਪੰਥ ਨੇ ਗੁਰਬਾਣੀ ਨੂੰ ਆਧਾਰ ਬਣਾ ਕੇ ਜੋ ਇਸ ਸਿੱਖ ਰਹਿਤ ਮਰਿਆਦਾ ਦੇ ਵਿੱਚ ਸਭ ਤੋਂ ਪਹਿਲੀ ਗੱਲ ਆਪ ਜੀ ਪੜ੍ਹ ਸਕਦੇ ਹੋ, ਲਿਖੀ ਹੋਈ ਹੈ ਕਿ ਸਿੱਖ ਦੀ ਆਮ ਰਹਿਣੀ ਕਿਰਤ ਵਿਰਤ ਗੁਰਮਤ ਅਨੁਸਾਰ ਹੋਵੇ। ਸਾਧ ਸੰਗਤ ਇੱਥੇ ਆਪਾਂ ਥੋੜਾ ਜਿਹਾ ਰੋਕ ਕੇ ਗੱਲ ਕਰਦੇ ਹਾਂ ਕਿ ਸਿੱਖ ਦੀ ਰਹਿਣੀ ਅਤੇ ਕਿਰਤ ਇਹ ਵੀ ਗੁਰਮਤ ਅਨੁਸਾਰੀ ਹੋਵੇ। ਇਹ ਬੜਾ ਜ਼ਰੂਰੀ ਕਾਰਜ ਹੈ, ਕਿਉਂਕਿ ਸਿੱਖ ਕੱਲਾ ਗੁਰਦੁਆਰੇ ਆਉਣ ਦੇ ਨਾਲ ਹੀ ਸਿੱਖ ਨਹੀਂ ਆ। ਸਿੱਖ ਸਮੁੱਚੇ ਸੰਸਾਰ ਦੇ ਵਿੱਚ ਵਿਚਰਦਾ ਹੋਇਆ ਵੀ ਸਿੱਖ ਹੈ। ਭਾਵ ਉਹ ਸੰਸਾਰ ਦੇ ਕਿਸੇ ਵੀ ਜਗ੍ਹਾ ਦੇ ਉੱਤੇ ਰਹਿ ਰਿਹਾ ਹੈ, ਭਾਵੇਂ ਉਹ ਕੋਈ ਵੀ ਨੌਕਰੀ, ਕੋਈ ਵੀ ਪੇਸ਼ਾ ਕਰ ਰਿਹਾ ਹੈ, ਉਹ ਉਹਦੇ ਵਿੱਚ ਪਰਪੱਕ ਹੋਵੇ, ਪਰ ਇੱਕ ਗੱਲ ਕੀ ਹੈ ਕਿ ਉਹ ਸਿੱਖੀ ਨੂੰ ਨਾ ਵਿਸਾਰੇ। ਸਿੱਖ ਗੁਰਦੁਆਰੇ ਬੈਠਾ ਵੀ ਸਿੱਖ ਹੈ, ਸਿੱਖ ਜਿਹੜਾ ਹੈ ਉਹ ਸਰਹੱਦ ਦੀ ਰਾਖੀ ਕਰਦਾ ਵੀ ਸਿੱਖ ਹੈ, ਸਿੱਖ ਲੰਗਰ ਛਕਦਾ ਵੀ ਇੱਕ ਸਿੱਖ ਹੈ, ਤੇ ਜਿਹੜਾ ਵਪਾਰ ਕਰ ਰਿਹਾ ਉਹ ਵੀ ਇੱਕ ਸਿੱਖ ਹੈ। ਤੇ ਇਸੇ ਤਰ੍ਹਾਂ ਜਿੰਨੇ ਵੀ ਕੰਮ ਕਰਦੇ ਆ, ਭਾਵੇਂ ਸਿੱਖ ਹੱਲ ਚਲਾ ਰਿਹਾ ਹੈ, ਭਾਵੇਂ ਦੁਕਾਨਦਾਰੀ ਸਾਂਭ ਰਿਹਾ ਹੈ, ਭਾਵੇਂ ਸਰਹੱਦ ਦੀ ਰਾਖੀ ਕਰ ਰਿਹਾ ਹੈ, ਪਰ ਉਹਦੇ ਲਈ ਇਹ ਸਭ ਤੋਂ ਵੱਡੀ ਗੱਲ ਬੜੀ ਜ਼ਰੂਰੀ ਹੈ ਕਿ ਉਹ ਆਪਣੀ ਰਹਿਣੀ ਜਿਹੜੀ ਹੈ ਉਹਦੇ ਵਿੱਚ ਸਿੱਖੀ ਨੂੰ ਪਰਪੱਕ ਕਰੇ। ਸਿੱਖ ਦੀ ਆਮ ਰਹਿਣੀ ਕਿਰਤ ਵਿਰਤ ਗੁਰਮਤ ਅਨੁਸਾਰ ਹੋਵੇ। ਇਹ ਸਭ ਤੋਂ ਪਹਿਲੀ ਲਾਈਨ ਜਿਹੜੀ ਉਹ ਲਿਖੀ ਹੈ। ਤੇ ਭਾਈ ਗੁਰਦਾਸ ਜੀ ਨੇ ਵੀ ਇਹੀ ਗੱਲ ਕਹੀ ਹੈ ਕਿ ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸਾਦ ਆਣ ਵਰਤਨ ਦਾ। ਕਿ ਸਿੱਖ ਜਿਹੜਾ ਹੈ ਕਿਰਤ ਵਿਰਤ ਕਰਦਾ ਹੈ, ਉਹ ਵੀ ਧਰਮ ਦੀ ਕਿਰਤ। ਕਿਰਤਾਂ ਹੋਰ ਵੀ ਬੜੀਆਂ, ਲੋਕ ਸਾਰੇ ਕਿਰਤ ਕਰਦੇ ਆ, ਪਰ ਸਤਿਗੁਰਾਂ ਨੇ ਇੱਥੇ ਕਿਰਤ ਦੇ ਨਾਲ ਗੱਲ ਧਰਮ ਜੋੜ ਦਿੱਤਾ, ਸ਼ਬਦ ਧਰਮ ਜੋੜ ਦਿੱਤਾ। ਸਤਿਗੁਰਾਂ ਦਾ ਆਪਣਾ ਵੀ ਬਚਨ ਹੈ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇਖਿਆ ਭਲਾ ਮਨਾਵੇ। ਭਾਵ ਕਿ ਜਿੱਥੇ ਸਿੱਖ ਨੇ ਕਿਰਤੀ ਜੀਵਨ ਜੀਣਾ ਹੈ, ਉਹਦੇ ਨਾਲ ਉਹਦਾ ਧਰਮੀ ਜੀਵਨ ਵੀ ਨਾਲ ਨਾਲ ਚੱਲੇ। ਤੇ ਜਿੱਥੇ ਉਹਨੂੰ ਇਹ ਗੱਲ ਲੱਗੇ ਕਿ ਇਹਦੇ ਵਿੱਚ ਉਹਦੇ ਧਰਮ ਨੂੰ ਕੋਈ ਆਂਚ ਆਉਂਦੀ ਹੈ, ਤੇ ਉੱਥੇ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ, ਜਿੱਥੇ ਉਹਦੀ ਸਿੱਖੀ ਵੀ ਰਹਿ ਜਾਵੇ ਤੇ ਉਹਦਾ ਕਾਰਜ ਵੀ ਸੰਪੂਰਨ ਹੋ ਜਾਵੇ, ਉਹਦੀ ਕਿਰਤ ਵੀ ਜਿਹੜੀ ਸੰਪੂਰਨ ਹੋ ਜਾਵੇ, ਐਸਾ ਉਹਨੂੰ ਜਿਹੜਾ ਕਾਰਜ ਉਹ ਵਰਤ ਲੈਣਾ ਚਾਹੀਦਾ। ਜਿਵੇਂ ਇਹਦੇ ਲਈ ਬੜੀ ਸੋਹਣੀ ਤੇ ਬੜੀ ਖੂਬਸੂਰਤ ਉਦਾਹਰਨ ਸਾਨੂੰ ਮਿਲ ਜਾਂਦੀ ਹੈ, ਜਿਹੜੇ ਫੌਜ ਵਿੱਚ ਸਾਡੇ ਨੌਜਵਾਨ ਸੇਵਾਵਾਂ ਦੇ ਰਹੇ ਆ। ਉਹ ਕੀ ਸੀ ਕਿ ਜਦੋਂ ਖੁੱਲਾ ਦਾੜਾ ਰੱਖਦੇ ਸਨ ਤੇ ਉਹਨਾਂ ਦੇ ਜਦੋਂ ਉਹਨਾਂ ਨੇ ਗੋਡਿਆਂ ਦੇ ਭਾਰ ਜਾਂ ਆਪਣੇ ਬਾਹਾਂ ਦੇ ਭਾਰ ਦੇ ਨਾਲ ਚੱਲ ਕੇ ਅੱਗੇ ਜਾਣਾ ਹੁੰਦਾ ਸੀ, ਟ੍ਰੇਨਿੰਗ ਕਰਨੀ ਹੁੰਦੀ ਸੀ, ਤੇ ਉਹਨਾਂ ਦਾ ਦਾੜਾ ਮਿੱਟੀ ਦੇ ਨਾਲ ਲਿਬੜ ਜਾਂਦਾ ਸੀ। ਤੇ ਉੱਥੇ ਉਹਨਾਂ ਦੇ ਧਰਮ ਦੇ ਵਿੱਚ ਇਹ ਗੱਲ ਜਿਹੜੀ ਸੀ ਕਿ ਜੋ, ਕਿਉਂਕਿ ਗੁਰਮਤਿ ਅਨੁਸਾਰ ਕੇਸਾਂ ਦੀ ਅਸੀਂ ਸਾਂਭ ਸੰਭਾਲ ਦੀ ਗੱਲ ਕਰਦੇ ਹਾਂ, ਪਰ ਉੱਥੇ ਉਹਨਾਂ ਦੇ ਲਈ ਇਹ ਬੜਾ ਵੱਡਾ ਇਸ਼ੂ ਬਣ ਗਿਆ। ਪਰ ਸਿੱਖਾਂ ਨੇ ਇਹਦਾ ਇੱਕ ਬੜਾ ਸੋਹਣਾ ਜਿਹੜਾ ਸੀ ਇੱਕ ਤਰੀਕੇ ਦੇ ਨਾਲ, ਇੱਕ ਮਤਲਬ ਗੁਰਮਤਿ ਵੀ ਨਾ ਵਿਸਰੇ ਤੇ ਜਿਹੜਾ ਕਾਰਜ ਹੈ ਕਿਰਤ ਦਾ ਉਹ ਵੀ ਸਾਡਾ ਚੱਲਦਾ ਰਵੇ। ਉਹਦੇ ਵਾਸਤੇ ਕੀ ਕੀਤਾ ਕਿ ਦਾੜੀ ਨੂੰ ਬੰਨ ਕੇ ਠਾਠੀ ਜਿਹੜੀ ਪਾਉਣੀ ਉੱਥੇ ਆਰੰਭ ਕਰ ਦਿੱਤੀ। ਤੇ ਅੱਜ ਕੱਲ ਚਲੋ ਜਿਹੜੇ ਦੂਸਰੇ ਸਿੱਖ ਆਮ ਵਿਚਰਦੇ ਆ ਵੀ ਇਹ ਕਾਰਜ ਕਰਨ ਲੱਗ ਪਏ, ਪਰ ਇਹ ਖਾਸ ਕਰਕੇ ਉਹਨਾਂ ਫੌਜੀ ਭਰਾਵਾਂ ਵਾਸਤੇ ਸੀ ਜਿਹੜੇ ਆਪਣੀਆਂ ਸੇਵਾਵਾਂ ਜਿਹੜੀਆਂ ਸੀ ਸਰਹੱਦ ਦੇ ਉੱਤੇ ਦਿੰਦੇ ਸੀ। ਤੇ ਉਸ ਸਮੇਂ ਫਿਰ ਉਹਨਾਂ ਦੀ ਨਾਲੇ ਤੇ ਧਰਮ ਵੀ ਜਿਹੜਾ ਰੱਖਿਆ ਗਿਆ ਤੇ ਨਾਲੇ ਉਹਨਾਂ ਦੀ ਕਿਰਤ ਵੀ ਜਿਹੜੀ ਉਹ ਸਫਲੀ ਹੋ ਗਈ। ਇਸ ਕਰਕੇ ਇਹ ਬੜਾ ਸੁੰਦਰ ਉੱਤੇ ਬਚਨ ਜੋ ਲਿਖਿਆ ਹੈ ਕਿ ਸਿੱਖ ਦੀ ਆਮ ਰਹਿਣੀ, ਆਮ ਤੋਂ ਭਾਵ ਜਿਹੜਾ ਉਹਨੇ ਘਰ ਦੇ ਵਿੱਚ ਵਿਚਰਨਾ ਹੈ, ਆਪਣੇ ਸਕੇ ਸੰਬੰਧੀਆਂ ਨੂੰ ਮਿਲਣਾ ਹੈ,
ਆਪਣੇ ਪਰਿਵਾਰ ਦੇ ਨਾਲ ਕਿਤੇ ਆਉਣਾ ਜਾਣਾ ਹੈ, ਉਹਦੇ ਵਿੱਚ ਵੀ ਧਰਮ ਨਾ ਵਿਸਰੇ, ਉਹਦੇ ਵਿੱਚ ਵੀ ਉਹਦੀ ਰਹਿਣੀ ਜਿਹੜੀ ਹੈ ਗੁਰਮਤਿ ਅਨੁਸਾਰ ਹੀ ਹੋਵੇ। ਫਿਰ ਜਦੋਂ ਕਿਰਤ ਤੇ ਵਿਰਤ, ਕਿਰਤ ਤੋਂ ਭਾਵ ਜਿਹੜੇ ਕਾਰਜ ਕਰ ਰਿਹਾ ਤੇ ਵਿਰਤ ਤੋਂ ਭਾਵ ਜਿਹੜਾ ਵਿਵਹਾਰ ਕਰ ਰਿਹਾ ਕਿਸੇ ਨਾਲ, ਜਿਹੜਾ ਕੰਮ ਕਰ ਰਿਹਾ ਹੈ, ਇਹ ਦੋਵੇਂ ਹੀ ਕਾਰਜ ਜਿਹੜੇ ਆ ਉਸ ਸਮੇਂ ਵੀ ਸਿੱਖ ਨੂੰ ਜਿਹੜਾ ਆ ਰਹਿਤ ਉਜਾਦ ਰਵੇ, ਇਹਦੇ ਵਿੱਚ ਵੀ ਗੁਰਮਤਿ ਅਨੁਸਾਰ ਹੀ ਹੋ ਕਰਕੇ ਉਹ ਚੱਲੇ। ਤੇ ਸਤਿਗੁਰਾਂ ਨੇ ਵੀ ਇੱਕ ਬੜਾ ਸੋਹਣਾ ਬਚਨ ਦਿੱਤਾ ਹੈ ਕਿ ਜੇ ਸਿੱਖ ਕਾਰਜ ਕਰ ਰਿਹਾ ਕੋਈ ਵੀ, ਉਹਨੂੰ ਪਰਮਾਤਮਾ, ਉਹਨੂੰ ਗੁਰੂ ਨਾ ਭੁੱਲੇ। ਸਤਿਗੁਰਾਂ ਦਾ ਬਚਨ ਹੈ, ਜੇ ਬਿਨ ਸਤਿਗੁਰ ਕੇ ਮਨ ਮੰਨੇ, ਸਿੱਖਾਂ ਪਾਸੋਂ ਕੰਮ ਕਰਾਇਆ ਲੋੜੀਐ, ਇਸ ਨੇੜੇ ਗੁਰਸਿੱਖ ਮੂਲ ਨਾ ਆਵੇ। ਭਾਵ ਜੇ ਸਤਿਗੁਰ ਦੇ ਬਿਨਾਂ ਮਨ ਮੰਨੇ ਤੋਂ, ਬਿਨਾਂ ਭਾਵ ਗੁਰੂ ਨੂੰ ਵਿਸਾਰੇ ਤੋਂ ਜੇ ਕੋਈ ਕੰਮ ਸਿੱਖ ਕਰਦਾ ਗੁਰੂ ਨੂੰ ਵਿਸਾਰ ਕੇ, ਉਹ ਜਿਹੜਾ ਕਾਰਜ ਉਹਨੇ ਨਹੀਂ ਕਰਨਾ। ਕਾਰਜ ਉਹ ਕਰਨਾ ਜਿਹੜਾ ਗੁਰੂ ਨੂੰ ਭਾਉਂਦਾ, ਜਿਹਦੇ ਵਿੱਚ ਗੁਰੂ ਯਾਦ ਰਵੇ, ਜਿਹਦੇ ਵਿੱਚ ਰਹਿਤ ਪ੍ਰਪੱਖ ਰਵੇ। ਇਸ ਕਰਕੇ ਸਭ ਤੋਂ ਪਹਿਲੀ ਗੱਲ, ਸਿੱਖ ਦੀ ਰਹਿਣੀ, ਕਿਰਤ ਵਿਰਤ ਇਹ ਸਾਰੀ ਇਹਦੇ ਅਨੁਸਾਰ ਹੋਵੇ ਜੀ, ਆਪਣੇ ਅਨੁਸਾਰ ਨਹੀਂ। ਲਿਖਿਆ ਹੈ ਗੁਰਮਤਿ ਅਨੁਸਾਰ ਹੋਵੇ, ਤੇ ਗੁਰਮਤਿ ਇਹ ਹੈ। ਹੁਣ ਅੱਗੇ ਗੁਰਮਤਿ ਦ੍ਰਿੜ ਕਰਵਾਈ ਗਈ ਹੈ। ਸਭ ਤੋਂ ਪਹਿਲਾ ਊੜਾ ਨੰਬਰ ਕੀ ਹੈ? ਸਭ ਤੋਂ ਵੱਡੀ ਰਹਿਤ ਗੁਰਸਿੱਖਾਂ ਨੂੰ ਦੇ ਕੇ ਪਿੱਛੋਂ ਬਚਿਆ ਆਪ ਖਵੰਦਾ। ਭਾਵ ਸਿੱਖ ਨੇ ਜਿਹੜੀ ਗੁਰਮਤਿ ਦੀ ਰਹਿਣੀ ਕਰਨੀ ਹੈ ਨਾ, ਉਹਦੇ ਵਿੱਚ ਆਪ ਵੀ ਉਹਨੇ ਜੋ ਪ੍ਰਸ਼ਾਦ ਵਰਤੰਦਾ ਹੈ, ਆਣ ਕੇ ਪ੍ਰਸ਼ਾਦ ਲੈਂਦਾ ਹੈ, ਉਹ ਆਪ ਵੀ ਛਕਦਾ ਹੈ, ਤੇ ਜੋ ਕਿਰਤ ਦੇ ਵਿੱਚੋਂ ਆਪਣੀ ਜੋ ਦਸਵੰਧ ਕੱਢ ਕੇ ਤੇ ਉਹ ਵੀ ਜਿਹੜਾ ਪ੍ਰਸ਼ਾਦ ਹੈ ਉਹ ਆਪਣੇ ਲੋੜਵੰਦਾਂ ਨੂੰ ਜਿਹੜਾ ਵਰਤਾਉਂਦਾ ਹੈ। ਗੁਰਸਿੱਖਾਂ ਨੂੰ ਦੇ ਕੇ ਪਿੱਛੋਂ ਬਚਿਆ ਆਪ ਖਵੰਦਾ, ਐਸੀ ਜਿਹੜੀ ਹੈ ਉਹਦੀ ਭਾਵਨਾ ਇੱਕ ਗੁਰਸਿੱਖ ਦੀ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲੀ ਗੱਲ ਜਿਹੜੀ ਹੈ, ਊੜਾ ਨੰਬਰ ਆਪ ਜੀ ਦੀ ਸਕਰੀਨ ਤੇ ਆ ਰਿਹਾ, ਤੁਸੀਂ ਪੜ੍ਹ ਸਕਦੇ ਹੋ ਕਿ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ। ਸਭ ਤੋਂ ਵੱਡੀ ਗੱਲ ਜਿਹੜੀ ਹੈ ਇਹ ਸਿੱਖ ਦੇ ਲਈ ਬੜੀ ਜ਼ਰੂਰੀ ਹੈ, ਕਿਉਂਕਿ ਸਤਿਗੁਰਾਂ ਨੇ ਇਹ ਸਭ ਤੋਂ ਪਹਿਲਾ ਉਪਦੇਸ਼ ਹੀ ਇਹ ਦਿੱਤਾ ਹੈ ਕਿ ਇੱਕ ਅਕਾਲ ਪੁਰਖ ਦੇ ਨਾਲ ਜੁੜਨਾ ਹੈ ਸਿੱਖ ਨੇ, ਕਿਸੇ ਦੇਵੀ ਦੇਵਤੇ ਪੀਰ ਪੈਗੰਬਰ ਦੇ ਨਾਲ ਨਹੀਂ ਜੁੜਨਾ। ਪਰ ਭੁੱਲੇ ਹੋਏ ਸਿੱਖ ਕਈ ਵਾਰੀ ਦੇਵੀ ਦੇਵਤਿਆਂ ਦੇ ਜਾ ਕੇ ਮੱਥੇ ਟੇਕਦੇ ਆ, ਤੇ ਇਸ ਗੱਲ ਤੋਂ ਜਿਹੜਾ ਹੈ ਨਾ, ਸਾਨੂੰ ਸਤਿਗੁਰਾਂ ਦੀ ਬਾਣੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਸਤਿਗੁਰੂ ਕਹਿੰਦੇ, ਤਿਸਕਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ। ਪ੍ਰਮਾਤਮਾ ਦਾ ਕੋਈ ਹੋਰ ਸ਼ਰੀਕ ਨਹੀਂ ਹੈ, ਭਾਵ ਪ੍ਰਮਾਤਮਾ ਦੇ ਬਰਾਬਰ ਹੋਰ ਕੋਈ ਨਹੀਂ ਪੁੱਜ ਸਕਦਾ। ਕੋਈ ਦੇਵੀ ਦੇਵਤਾ ਪੀਰ ਪੈਗੰਬਰ ਉਹਦੇ ਅੱਗੇ ਝੁਕ ਕੇ ਉਹਨੂੰ ਸਗੋਂ ਯਾਦ ਕਰ ਰਹੇ ਆ, ਉਹਦੇ ਕੋਲੋਂ ਨਾਮ ਮੰਗ ਰਹੇ ਆ, ਉਹਦੇ ਅੱਗੇ ਜਾ ਕੇ ਝੁਕ ਰਹੇ ਆ। ਤੇ ਜੇ ਅਸੀਂ ਉਹਨਾਂ ਦੇਵੀ ਦੇਵਤਿਆਂ ਦੇ ਅੱਗੇ ਝੁਕਾਂਗੇ ਤੇ ਫਿਰ ਸਾਡੇ ਲਈ ਇਹ ਚੰਗੀ ਗੱਲ ਨਹੀਂ, ਸਾਡੇ ਲਈ ਤੇ ਫਿਰ ਇਹ ਮਾੜੀ ਗੱਲ ਹੈ ਨਾ। ਜਦੋਂ ਸਤਿਗੁਰਾਂ ਨੇ ਸਾਡੀ ਬਾਂਹ ਹੀ ਸਿੱਧੀ ਅਕਾਲ ਨੂੰ ਫੜਾ ਦਿੱਤੀ। ਖਾਲਸਾ ਦਾ ਇੱਕ ਅਰਥ ਹੁੰਦਾ ਹੈ, ਸਾਧ ਸੰਗਤ, ਖਾਲਸਾ ਸ਼ਬਦ ਜੋ ਹੈ ਨਾ, ਇਹਦਾ ਇੱਕ ਬੜਾ ਸੁੰਦਰ ਅਰਥ ਹੁੰਦਾ ਹੈ ਕਿ ਜਿਹੜੀ ਜ਼ਮੀਨ ਸਿੱਧੀ ਹੀ ਕਿਸੇ ਰਾਜੇ ਦੇ ਹੱਕ ਦੀ ਹੋਵੇ। ਕਹਿਣ ਤੋਂ ਭਾਵ ਕੋਈ ਜ਼ਮੀਨ ਹੋਵੇ, ਖਾਲਸੇ ਦਾ ਅਰਥ ਦੱਸ ਰਿਹਾ ਮੈਂ। ਇਹ ਖਾਲਸੇ ਦਾ ਇੱਕ ਅਰਥ ਇਹ ਵੀ ਹੈ, ਇੱਕ ਤੇ ਆਪਾਂ ਅਰਥ ਕਰਦੇ ਹਾਂ ਨਾ ਖਾਲਸੇ ਦਾ ਸ਼ੁੱਧ ਪਵਿੱਤਰ, ਇੱਕ ਅਰਥ ਇਹ ਵੀ ਬਣਦਾ ਹੈ ਕਿ ਜਿਹੜੀ ਜ਼ਮੀਨ ਸਿੱਧੀ ਕਿਸੇ ਰਾਜੇ ਦੇ ਅਧੀਨ ਹੋਵੇ, ਕਿਸੇ ਮੰਤਰੀ ਦੇ ਜਾਂ ਕਿਸੇ ਹੋਰ ਸਰਪੰਚ ਪੰਚ ਦੇ ਅਧੀਨ ਨਾ ਹੋਵੇ, ਉਹ ਜ਼ਮੀਨ ਜਿਹੜੀ ਸਿੱਧੀ ਰਾਜੇ ਦੇ ਅਧੀਨ ਹੋਵੇ। ਤੇ ਖਾਲਸਾ ਜਿਹੜਾ ਹੈ ਉਹ ਸਿੱਧਾ ਹੀ ਅਕਾਲ ਪੁਰਖ ਦੇ ਅਧੀਨ ਹੈ। ਇਸ ਕਰਕੇ ਸਤਿਗੁਰਾਂ ਨੇ ਇੱਥੇ ਸਿੱਧਾ ਹੀ ਜਦੋਂ ਸਾਡੀ ਬਾਂਹ ਅਕਾਲ ਪੁਰਖ ਨੂੰ ਫੜਾ ਦਿੱਤੀ ਹੈ, ਤੇ ਅਸੀਂ ਕਿਉਂ ਫਿਰ ਭੁੱਲ ਕੇ ਉਹਨਾਂ ਦੇਵੀ ਦੇਵਤਿਆਂ ਪੈਗੰਬਰਾਂ ਦੇ ਪਿੱਛੇ ਜਾਣਾ ਹੈ, ਜਿਹਦੇ ਆਪ ਉਸ ਅਕਾਲ ਪੁਰਖ ਦੇ ਦਰ ਤੇ ਝੁਕੇ ਹੋਏ ਆ। ਇਸ ਕਰਕੇ ਸਤਿਗੁਰਾਂ ਨੇ ਜੋ ਸਭ ਤੋਂ ਪਹਿਲੀ ਗੱਲ ਹੀ ਇੱਕ ਓੰਕਾਰ ਤੋਂ ਸ਼ੁਰੂ ਤਾਂ ਹੀ ਕੀਤੀ ਹੈ ਕਿ ਉਸ ਅਕਾਲ ਪੁਰਖ ਤੋਂ ਛੁੱਟ ਜਿਹੜਾ ਹੈ ਸਿੱਖ ਹੋਰ ਕਿਸੇ ਦੀ ਉਪਾਸਨਾ ਨਾ ਕਰੇ, ਹੋਰ ਕਿਸੇ ਨੂੰ ਉਹ ਨਾ ਮੰਨੇ, ਕਿਉਂਕਿ ਹੋਰ ਕਿਸੇ ਦੇ ਵਿੱਚ ਇਹੋ ਜਿਹੇ ਗੁਣ ਨਹੀਂ ਹੈਗੇ। ਗੁਣ ਇਹੋ ਹੋਰ ਨਾ ਹੀ ਕੋਈ, ਨਾ ਕੋ ਹੋਆ ਨਾ ਕੋ ਹੋਏ। ਨਾ ਕੋਈ ਉਹਦੇ ਵਰਗਾ ਅਕਾਲ ਪੁਰਖ ਵਰਗਾ ਹੋਇਆ ਤੇ ਨਾ ਉਹੋ ਜਿਹਾ ਕੋਈ ਹੋਣਾ ਹੈ, ਕਿਉਂਕਿ ਉਹ ਅਕਾਲ ਪੁਰਖ ਹੀ ਐਸਾ ਹੈ ਜਿਹਦੇ ਵਿੱਚ ਸਾਰੇ ਗੁਣ ਹਨ। ਇਸ ਕਰਕੇ ਸਭ ਤੋਂ ਪਹਿਲੀ ਗੱਲ ਇਹ ਦੱਸੀ ਗਈ ਹੈ ਸਾਡੀ ਸਿੱਖ ਰਹਿਤ ਮਰਿਆਦਾ ਦੀ, ਇਸ ਗੁਰਮਤਿ ਦੀ ਰਹਿਣੀ ਦੀ ਪਹਿਲੀ ਰਹਿਤ ਕਿਹੜੀ ਹੈ ਕਿ ਇੱਕ ਅਕਾਲ ਪੁਰਖ ਤੋਂ ਛੁੱਟ ਕੇ ਕਿਸੇ ਦੂਸਰੇ ਦੀ ਉਪਾਸਨਾ ਨਹੀਂ ਕਰਨੀ।
ਪਰ ਇੱਕ ਇਹ ਗੱਲ ਰੁਕ ਕੇ ਮੈਂ ਥੋੜਾ ਜਿਹਾ ਹੋਰ ਵਿਚਾਰ ਦੇ ਕੇ ਅੱਗੇ ਤੁਰਾਂ ਕਿ ਸਾਨੂੰ ਕਈ ਵਾਰੀ ਦੁੱਖ ਆਉਂਦੇ ਆ ਤੇ ਅਸੀਂ ਉਹਨਾਂ ਦੁੱਖਾਂ ਦੀ ਨਿਵਰਤੀ ਵਾਸਤੇ ਅਸੀਂ ਭਟਕ ਜਾਂਦੇ ਆ, ਕਿਸੇ ਬਾਬੇ ਨੂੰ ਮੰਨਣ ਲੱਗ ਜਾਂਦੇ ਆ ਜਾਂ ਕਿਸੇ ਦੇਵੀ ਦੇ ਕੋਲ ਚਲੇ ਜਾਂਦੇ ਆ, ਜਾਂ ਕੋਈ ਸਾਨੂੰ ਐਸਾ ਹੀ ਕੋਈ ਡੇਰੇਦਾਰ ਐਸਾ ਕੋਈ ਮਿਲ ਜਾਂਦਾ ਜਿਹਦੇ ਅੱਗੇ ਜਾ ਕੇ ਅਸੀਂ ਝੁਕ ਜਾਂਦੇ ਆ। ਇਹ ਸਾਡੇ ਕਿਉਂਕਿ ਦੁੱਖ ਸੁੱਖ ਤੇ ਆਉਣੇ ਹਨ ਸੰਸਾਰ ਦੇ ਉੱਤੇ, ਜੇ ਮਨੁੱਖ ਆਇਆ ਹੈ, ਤੇ ਉਹਨੂੰ ਦੁੱਖ ਵੀ ਆਉਣੇ ਆ ਤੇ ਸੁੱਖ ਵੀ ਆਉਣੇ ਆ। ਪਰ ਗੱਲ ਕੀ ਹੈ, ਜਦੋਂ ਗੱਲ ਮੁਕਤੀ ਦਾਤੇ ਦੀ ਆਵੇ ਨਾ, ਜਦੋਂ ਗੱਲ ਆਵੇ ਕਿ ਜਦੋਂ ਇਸ ਸੰਸਾਰ ਤੋਂ ਅਸੀਂ ਪਾਰ ਹੋਣਾ ਹੈ, ਆਪਣੇ ਵਿੱਚੋਂ ਅਸੀਂ ਅਵਗੁਣ ਕੱਢ ਕੇ ਗੁਣਾਂ ਨੂੰ ਇਕੱਠੇ ਕਰਨਾ ਹੈ, ਜਦੋਂ ਉਹ ਗੱਲ ਆਉਂਦੀ ਹੈ ਉਦੋਂ ਸਾਨੂੰ ਕੋਈ ਦੇਵੀ ਦੇਵਤਾ ਸਾਡੀ ਬਾਂਹ ਫੜਨ ਵਾਲਾ ਨਹੀਂ ਆਉਣਾ। ਉਦੋਂ ਸਿਰਫ ਬਾਂਹ ਫੜਨੀ ਹੈ, ਕਿੰਨੇ ਫੜਨੀ? ਇੱਕ ਅਕਾਲ ਪੁਰਖ ਨੇ। ਇਸ ਕਰਕੇ ਜਦੋਂ ਦੁੱਖ ਆਉਂਦਾ ਹੈ ਮਨੁੱਖ ਨੂੰ ਡੋਲਣਾ ਨਹੀਂ ਚਾਹੀਦਾ। ਜੇ ਅਰਦਾਸ ਕਰਨੀ ਹੈ ਤੇ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਅੱਗੇ ਹੀ ਅਰਦਾਸ ਕਰਨੀ ਚਾਹੀਦੀ ਹੈ। ਕਿਸੇ ਦੇਵੀ ਦੇਵਤੇ ਦੀ ਉਪਾਸਨਾ, ਕਿਸੇ ਦੇਵੀ ਦੇਵਤੇ ਦੇ ਅੱਗੇ ਝੁਕਣਾ ਨਹੀਂ ਚਾਹੀਦਾ। ਕਿਉਂ? ਕਿਉਂਕਿ ਇਹ ਆਪ ਉਸ ਅਕਾਲ ਪੁਰਖ ਦੇ ਦਰ ਦੇ ਉੱਤੇ ਝੁਕ ਰਹੇ ਆ ਤੇ ਆਪ ਉਸ ਅਕਾਲ ਪੁਰਖ ਤੋਂ ਦਾਤਾ ਮੰਗ ਰਹੇ ਆ। ਤੇ ਅਸੀਂ ਜਿਹੜਾ ਅਕਾਲ ਪੁਰਖ ਦੇਣ ਵਾਲਾ ਜਿਹੜਾ ਇਹਨਾਂ ਨੂੰ ਦਾਤਾਂ ਦੇ ਰਿਹਾ, ਤੇ ਕਿਉਂ ਨਾ ਅਸੀਂ ਉਸ ਅਕਾਲ ਪੁਰਖ ਦੇ ਅੱਗੇ ਝੁਕੀਏ। ਸੋ ਇਹ ਜਿਹੜਾ ਸਭ ਤੋਂ ਪਹਿਲਾ ਪੁਆਇੰਟ ਸਾਡੀ ਗੁਰਮਤਿ ਰਹਿਣੀ ਦੇ ਅੰਦਰ ਹੈ ਕਿ ਇੱਕ ਉਹ ਅਕਾਲ ਪੁਰਖ ਤੋਂ ਇਲਾਵਾ ਹੋਰ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਜਿਹੜੀ ਹੈ ਉਹ ਨਹੀਂ ਕਰਨੀ। ਅੱਗੇ ਆ ਜਾਓ ਜੀ, ਨੰਬਰ ਐੜਾ। ਐੜੇ ਨੰਬਰ ਦੇ ਵਿੱਚ ਆਪ ਜੀ ਦੇਖ ਸਕਦੇ ਹੋ, ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ 10 ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ। ਸਾਡਾ ਮੁਕਤੀ ਦਾਤਾ ਕੌਣ ਹੈ? ਸਾਡਾ ਇਸ਼ਟ ਦੇਵ ਕੌਣ ਹੈ? ਉਹ 10 ਗੁਰੂ ਸਾਹਿਬਾਨ, ਉਹਨਾਂ ਨੂੰ ਮੰਨਣਾ, ਕਿਉਂਕਿ ਉਹਨਾਂ ਦੀਆਂ ਸਿੱਖਿਆਵਾਂ ਨੂੰ ਦ੍ਰਿੜ ਕਰਕੇ ਹੀ ਅਸੀਂ ਜੋ ਆ ਪਰਮਾਤਮਾ ਦੇ ਨਾਲ ਸਾਡਾ ਮੇਲ ਹੁੰਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਮੁਕਤੀ ਦਾਤਾ ਜਿਹੜਾ ਹੈ ਉਹ ਅਸਾਂ ਨੇ ਸਿਰਫ ਤੇ ਸਿਰਫ 10 ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਹੀ ਮੰਨਣਾ ਹੈ। ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰਨ ਦੇ ਲਈ ਜਿਹੜਾ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸੇਧ ਮਿਲਦੀ ਹੈ। 5 ਵਿਕਾਰ ਕੋਈ ਦੇਵੀ ਦੇਵਤਾ ਨਹੀਂ ਨਾ ਦੱਸ ਸਕਦਾ, ਕਿ ਕਿਵੇਂ ਕੋਈ ਪੱਥਰ ਦੀ ਮੂਰਤੀ ਥੋੜੀ ਨਾ ਦੱਸ ਸਕਦੀ ਹੈ ਕਿ ਭਾਈ ਤੁਹਾਡੇ ਅੰਦਰ 5 ਵਿਕਾਰ ਹੈ ਤੇ ਉਹਨੂੰ ਕਿਵੇਂ ਖਤਮ ਕਰਨਾ, ਨਹੀਂ ਦੱਸ ਸਕਦੀ। ਕੋਈ ਕਿਸੇ ਤਰ੍ਹਾਂ ਦਾ ਸੰਸਾਰੀ ਜੀਵ ਨਹੀਂ ਦੱਸ ਸਕਦਾ, ਕਿਉਂਕਿ ਸੰਸਾਰ ਦੇ ਲੋਕ ਆਪ 5 ਵਿਕਾਰਾਂ ਦੇ ਵਿੱਚ ਘਿਰੇ ਹੋਏ ਆ। ਉਹ ਕਿਵੇਂ ਦੱਸ ਸਕਣਗੇ ਕਿ ਭਾਈ ਤੁਹਾਡੇ ਅੰਦਰ 5 ਵਿਕਾਰ ਹੈ ਤੇ ਉਹਨੂੰ ਖਤਮ ਕਰੋ। ਇਸ ਕਰਕੇ ਇਹ ਦੱਸਣ ਵਾਲਾ ਕੌਣ ਹੈ? ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਕਹਿਣ ਤੋਂ ਭਾਵ ਸਿਰਫ ਤੇ ਸਿਰਫ ਗੁਰਬਾਣੀ ਰਾਹੀਂ ਹੀ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਡੇ ਅੰਦਰ ਵਿਕਾਰ ਹਨ ਤੇ ਉਹਨਾਂ ਵਿਕਾਰਾਂ ਨੂੰ ਖਤਮ ਕਰਕੇ ਅਸੀਂ ਅਕਾਲ ਪੁਰਖ ਦੇ ਵਿੱਚ ਸਮਾਉਣਾ ਹੈ ਤੇ ਮੁਕਤੀ ਪ੍ਰਾਪਤ ਕਰਨੀ ਹੈ। ਇਸ ਕਰਕੇ ਮੁਕਤੀ ਦਾ ਦਾਤਾ ਕੇਵਲ 10 ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ ਹੈ। ਉਹਨਾਂ ਦੀ ਬਾਣੀ ਦੇ ਨਾਲ ਹੀ ਸਾਡੇ ਸਾਰੇ ਸ਼ੰਕੇ ਜਿਹੜੇ ਉਹ ਨਿਵਰਤ ਹੁੰਦੇ ਆ, ਤੇ ਫਿਰ ਹੀ ਅਸੀਂ ਜਿਹੜਾ ਹੈ ਗੁਰੂ ਸਾਹਿਬ ਦੇ ਬਾਣੀ ਪੜ੍ਹ ਕੇ ਹੀ ਅਸੀਂ ਉਸ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਸਕਦੇ। ਇੱਥੇ ਹੁਣ ਆਪਾਂ ਤੁਸੀਂ ਇਹ ਵੀ ਸੋਚੋਗੇ ਕਿ ਇੱਥੇ ਭਗਤਾਂ ਦਾ ਨਾਮ ਜਾਂ ਭਗਤਾਂ ਦਾ ਨਾਮ ਕਿਉਂ ਨਹੀਂ ਲਿਆ ਗਿਆ। ਇਹਦੇ ਵਿੱਚ ਜਦੋਂ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਵਰਤ ਦਿੱਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਬਾਣੀ ਆ ਜਾਂਦੀ ਆ, ਜਿਹਦੇ ਵਿੱਚ ਭੱਟਾਂ ਦੀ ਬਾਣੀ ਵੀ ਭਗਤਾਂ ਦੀ ਬਾਣੀ ਵੀ ਆ ਜਾਂਦੀ ਆ। ਤੇ ਇਸ ਤੋਂ ਬਾਅਦ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ, ਇੱਥੋਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਸਤਿਗੁਰਾਂ ਨੇ ਸਮੁੱਚੀ ਬਾਣੀ ਦੀ ਗੱਲ ਕੀਤੀ ਆ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਡੇ ਕੋਲ ਸੁਭਾਇਮਾਨ ਹੈ। ਤੇ ਉਹਦੇ ਵਿੱਚੋਂ ਅਸੀਂ ਆਪਣੇ ਗੁਣ ਇਕੱਠੇ ਕਰਕੇ ਤੇ ਇਹ ਆਪਣੀ ਮੁਕਤੀ ਦਾ ਜਿਹੜਾ ਰਾਹ ਹੈ ਇੱਥੋਂ ਅਸੀਂ ਪ੍ਰਾਪਤ ਕਰ ਸਕਦੇ ਹਾਂ। ਤਾਂ ਇਹ ਗੱਲ ਲਿਖੀ ਗਈ ਕਿ ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ 10 ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ ਹੈ। ਨੰਬਰ ਈਡੀ ਤੇ ਆਪ ਜੀ ਆ ਜਾਓ। 10 ਗੁਰੂ ਸਾਹਿਬਾਨ ਨੂੰ ਇੱਕੋ ਜੋਤ ਦੇ ਪ੍ਰਕਾਸ਼ ਰੂਪ ਇਹ ਮੰਨਣਾ ਹੈ। ਇੱਕੋ ਰੂਪ ਹੀ ਹੈ ਸਤਿਗੁਰਾਂ ਦਾ। ਹੁਣ ਜੋਤ ਤੋਂ ਭਾਵ ਹੁੰਦਾ ਵਿਚਾਰਧਾਰਾ ਸ਼ਕਤੀ। 10 ਗੁਰੂ ਸਾਹਿਬਾਨ ਨੂੰ ਇੱਕੋ ਜੋਤ ਦੇ ਪ੍ਰਕਾਸ਼ ਰੂਪ ਕਰਕੇ ਮੰਨਣਾ। ਇੱਕੋ ਜੋਤ ਹੈ। ਜੋਤ 오ਹਾ ਜੁਗਤ ਸਾਏ, ਸਾਈ ਤਹਿ ਕਾਇਆ ਫੇਰ ਪਲਟੀ ਹੈ। ਜਦੋਂ ਸਤਿਗੁਰਾਂ ਨੇ ਗੁਰੂ ਅੰਗਦ ਦੇਵ ਜੀ ਨੂੰ
ਜਿਹੜਾ ਸੀ ਜੋਤ ਟਿਕਾਈ, ਤੇ ਉਦੋਂ ਇਹ ਗੱਲ ਭਾਈ ਸੱਤਾ ਬਲਵੰਡ ਜੀ ਦੀ ਵਾਰ ਦੇ ਵਿੱਚ ਹੈ ਕਿ ਜੋਤ ਉਹ ਜੋਤ ਉਹੀ ਸੀ ਜਿਹੜੀ ਨਿਰੰਕਾਰੀ ਜੋਤ ਗੁਰੂ ਨਾਨਕ ਸਾਹਿਬ ਦੇ ਵਿੱਚ ਸੀ। ਜੋਤ ਉਹ ਜੁਗਤ ਸਾਏ, ਉਹੀ ਰਹਿਣੀ ਸੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਸੀ। ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਭਾਵ ਸਿਰਫ ਸਰੀਰ ਹੀ ਤਬਦੀਲ ਹੋਇਆ, ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਅੰਗਦ ਦੇਵ ਜੀ ਬਣ ਗਏ, ਪਰ ਜੋਤ ਤੇ ਰਹਿਤ ਉਹੀ ਰਹੀ, ਭਾਵ ਗੁਰਮਤ ਉਹੀ ਰਹੀ, ਤੇ ਜਿਹੜੀ ਜੋਤ ਜੋ ਨਿਰੰਕਾਰੀ ਜੋਤ ਸੀ ਉਹ ਉਹੀ ਰਹੀ। ਇਸ ਕਰਕੇ ਇਹ ਗੱਲ ਜਿਹੜੀ ਹੈ ਸਾਨੂੰ ਇੱਥੇ ਪੰਥ ਨੇ ਕਹੀ ਹੈ ਕਿ ਅਸੀਂ ਸਾਰਿਆਂ ਸਤਿਗੁਰਾਂ ਨੂੰ ਇੱਕ ਰੂਪ ਹੀ ਜਾਣਨਾ, ਭਾਵ ਉਹਨਾਂ ਨੂੰ ਇੱਕ ਰੂਪ ਕਰਕੇ ਹੀ ਜਾਣਨਾ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਦਾ ਉਪਦੇਸ਼ ਹੈ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਭਾਵ ਇੱਕ ਹੀ ਹੈ, ਉਹ ਜੋਤ ਇੱਕ ਹੀ ਹੈ, ਉਹਨੂੰ ਜੋਤ ਨੂੰ ਜਿਹੜਾ ਹੈ ਇੱਕ ਹੀ ਸਮਝਣਾ ਹੈ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਜਿਹੜਾ ਹੈ ਸਮਝਾਇਆ ਹੈ ਕਿ ਸਤਿਗੁਰ ਨਾਨਕ ਦੇਵ ਆਪ ਉਪਾਇਆ, ਗੁਰ ਅੰਗਦ ਗੁਰਸਿੱਖ ਬਬਾਣੇ ਆਇਆ, ਗੁਰਸਿੱਖ ਹੈ ਗੁਰ ਅਮਰ ਸਤਿਗੁਰ ਭਾਇਆ, ਰਾਮਦਾਸ ਗੁਰਸਿੱਖ ਗੁਰ ਸਦਵਾਇਆ, ਗੁਰ ਅਰਜਨ ਗੁਰਸਿੱਖ ਪ੍ਰਗਟੀ ਆਇਆ, ਗੁਰਸਿੱਖ ਹਰ ਗੋਬਿੰਦ ਨ ਲੁਕੈ ਲੁਕਾਇਆ। ਭਾਵ ਕਿ ਇਸ ਤਰ੍ਹਾਂ ਜਿਹੜੀ ਜੋਤ ਹੈ ਅੱਗੇ ਅੱਗੇ ਵਰਤਦੀ ਰਹੀ, ਜੋਤ ਉਹੀ ਰਹੀ। ਜੁਗਤੀ ਜਿਹੜੀ ਹੈ ਗੁਰਮਤ ਦੀ, ਇਹ ਵੀ ਜੁਗਤੀ ਆਪਾਂ ਪੜ੍ਹ ਰਹੇ ਹਾਂ ਨਾ, ਜਿਹੜੀਆਂ ਗੱਲਾਂ ਆਪਾਂ ਹੁਣ ਵਿਚਾਰ ਰਹੇ ਹਾਂ ਜੁਗਤੀ ਹੈ, ਇਹਨੂੰ ਜੁਗਤੀ ਕਿਹਾ ਜਾਂਦਾ, ਰਹਿਤ ਨੂੰ। ਜੁਗਤੀ ਵੀ ਉਹੀ ਰਹੀ। ਫਿਰ ਉਸ ਤੋਂ ਬਾਅਦ ਜਿਹੜਾ ਹੈ ਸਰੀਰ ਜਿਹੜਾ ਉਹ ਬਦਲਿਆ, ਤੇ ਸਰੀਰ 10 ਜਾਮੇ ਬਦਲੇ। ਫਿਰ ਉਸ ਤੋਂ ਬਾਅਦ ਇਹ ਇੱਕ ਜੋਤ ਜਿਹੜੀ ਸੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਮਾ ਗਈ, ਤੇ ਜਿਹਨੂੰ ਅਸੀਂ ਇੱਕ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਨਾਮ ਨਾਲ ਜਾਣਦੇ ਹਾਂ। ਤੇ ਇਹਨਾਂ ਦੇ ਹਜ਼ੂਰ ਆਪਾਂ ਝੁਕ ਕੇ ਤੇ ਇਹਨਾਂ ਦੀ ਉਪਾਸਨਾ ਕਰਦੇ ਹਾਂ। ਇੱਕ ਜੋਤ ਹੀ ਮੰਨਣਾ ਇਹਨਾਂ ਨੂੰ, ਇਹ ਨਹੀਂ ਕਿ ਵੱਖ-ਵੱਖ ਮੰਨਣਾ। ਕਈ ਵਾਰੀ ਕਈ ਸੋਚ ਲੈਂਦੇ ਆ ਕਿ ਗੁਰੂ ਨਾਨਕ ਸਾਹਿਬ ਠੰਡੇ ਸੁਭਾਅ ਦੇ ਸਨ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗਰਮ ਸੁਭਾਅ ਦੇ ਸਨ, ਉਹਨਾਂ ਦੇ ਲਈ ਇੱਕੋ ਹੀ ਸ਼ਬਦ ਬੜਾ ਹੈ। ਮੈਂ ਕਹਿ ਜਾਵਾਂ ਕਿ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਕਿ ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧੀਜੈ, ਸਿਰ ਦੀਜੈ ਕਾਣ ਨਾ ਕੀਜੈ। ਤੇ ਇਹ ਤੋਂ ਪਤਾ ਲੱਗਦਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੀ ਇਹੀ ਗੱਲ ਕਹਿ ਰਹੇ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤਲਵਾਰ ਹੱਥ 'ਚ ਫੜ ਕੇ ਕਹਿ ਰਹੇ ਕਿ ਆ ਜਾਓ ਜਿਹਨੇ ਖੰਡੇ ਦੀ ਧਾਰ ਤੇ ਨੱਚਣਾ। ਤੇ ਇਸੇ ਕਰਕੇ ਇਹ ਜਿਹੜੀ ਗੱਲ ਹੈ ਨਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹੋ ਰਿਹਾ ਤੇ ਗੁਰੂ ਗੋਬਿੰਦ ਸਿੰਘ ਜੀ ਵਾਲੀ ਜੋਤ ਹੋ ਰਿਹਾ, ਨਹੀਂ, ਇਹ ਗੱਲ ਨਹੀਂ ਹੈ। ਅਸਲ 'ਚ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਭਾਵ ਕਿ ਇਹ ਕਾਇਆ ਜਿਹੜੀ ਹੈ ਸਰੀਰ ਜਿਹੜਾ ਉਹ ਤਬਦੀਲ ਹੁੰਦਾ ਆ, ਪਰ ਜੋਤ ਜਿਹੜੀ ਸੀ ਉਹ ਉਹੀ ਰਹੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਉਹ ਨਿਰੰਕਾਰੀ ਜੋਤ ਪ੍ਰਗਟ ਹੋਈ ਸੀ, ਉਹੀ ਜੋਤ ਨਿਰੰਤਰ ਚੱਲਦੀ ਰਹੀ। ਉਸ ਤੋਂ ਬਾਅਦ 7ਵੇਂ ਨੰਬਰ ਤੇ ਆਪ ਜੀ ਆ ਜਾਓ, ਜੋ ਕਾਫੀ ਵੱਡਾ ਪੈਰਾ ਹੈ। 7ਵਾਂ ਨੰਬਰ ਜਾਤ ਪਾਤ ਛੂਤ ਛਾਤ ਜੰਤਰ ਮੰਤਰ ਤੰਤਰ ਸ਼ਗਨ ਤਿਥ ਮਹੂਰਤ ਗ੍ਰਹਿ ਰਾਸ਼ ਸਰਾਧ ਪਿੱਤਰ ਖਿਆ ਪਿੰਡ ਪਤਲ ਦੀਵਾ ਕਿਰਿਆ ਕਰਮ ਹੋਮ ਜਗ ਤਰਪਣ ਸਿਖਾ ਸੂਤ ਪੱਦਨ ਇਕਾਦਸ਼ੀ ਪੂਰਨਮਾਸ਼ੀ ਆਦ ਦੇ ਵਰਤ ਤਿਲਕ ਜੰਨੂ ਤੁਲਸੀ ਮਾਲਾ ਗੋਰ ਮੱਠ ਮੜੀ ਮੂਰਤੀ ਪੂਜਾ ਆਦ ਭਰਮ ਰੂਪ ਕਰਮਾਂ ਉੱਤੇ ਨਿਸ਼ਚਾ ਨਹੀਂ ਕਰਨਾ। ਗੁਰ ਅਸਥਾਨ ਤੋਂ ਛੁੱਟ ਕਿਸੇ ਅਨ ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ। ਪੀਰ ਬ੍ਰਾਹਮਣ ਪੁੱਛਣਾ ਸੁਖਣਾ ਸੀਰਣੀ ਸ਼ੀਰਣੀ ਵੇਦ ਸ਼ਾਸਤਰ ਗਾਇਤਰੀ ਗੀਤਾ ਕੁਰਾਨ ਅੰਜੀਲ ਆਦਿ ਉੱਤੇ ਨਿਸ਼ਚਾ ਨਹੀਂ ਕਰਨਾ। ਹਾਂ, ਆਮ ਵਾਕਫੀ ਲਈ ਅਣਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ। ਕਾਫੀ ਵੱਡਾ ਪੈਰਾ ਹੈ, ਸੋ ਆਪਾਂ ਵਿਚਾਰਾਂਗੇ ਕੁਛ ਇਹਦੇ ਵਿੱਚ ਤੱਤ ਜੋ ਪਤਾ ਚੱਲ ਜਾਣ ਕਿ ਇਹਨਾਂ ਨੂੰ ਨਹੀਂ ਕਰਨਾ ਸਿੱਖਣੇ। ਸੋ ਸਭ ਤੋਂ ਪਹਿਲੀ ਗੱਲ ਇਹੀ ਹੈ ਕਿ ਆਪ ਜੀ ਇਹ ਜੋ ਵੀ ਆਪਾਂ ਪੜ੍ਹਿਆ ਇਹਨੂੰ ਆਪਣੇ ਮਨ ਦੇ ਵਿੱਚ ਜ਼ਰੂਰ ਜਿਹੜਾ ਵਿਚਾਰੋ ਕਿ ਅਸੀਂ ਕਿੰਨਾ ਕੁ ਇਹਨਾਂ ਗੱਲਾਂ ਦੇ ਵੱਲ ਧਿਆਨ ਦਿੰਦੇ ਆ ਕਿ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ। ਸਭ ਤੋਂ ਪਹਿਲੀ ਗੱਲ ਜਿਹੜੀ ਹੈ ਪੰਥ ਨੇ ਇੱਥੇ ਦਿੱਤੀ ਹੈ ਜਾਤ ਪਾਤ। ਜਾਤ ਪਾਤ ਜਿਹੜੀ ਹੈ ਸਤਿਗੁਰਾਂ ਦੇ ਪੰਥ ਪ੍ਰਕਾਸ਼ ਦੇ ਵਿੱਚ ਜਿਹੜਾ ਹੈ ਰਤਨ ਸਿੰਘ ਭੰਗੂ ਨੇ ਲਿਖਿਆ ਹੈ ਕਿ ਜਾਤ ਪਾਤ ਸਿੰਘਣ ਕੀ ਦੰਗਾ
ਦੰਗਾਹੀਨ ਸਤਿਗੁਰ ਤੇ ਮੰਗਾ। ਸਿੱਖਾਂ ਦੀ ਸਿਰਫ ਜਾਤ ਤੇ ਪਾਤ ਕੀ ਹੈ? ਸਿੰਘਨ ਕੀ ਦੰਗਾ। ਸਿਰਫ ਉਹ ਲੜਨਾ ਜਾਣਦੇ ਆ ਜਾਤ ਪਾਤ ਦੇ ਵਿੱਚ। ਸਿਰਫ ਉਹਨਾਂ ਨੂੰ ਇਹ ਨਹੀਂ ਕਿ ਕਿਸੇ ਖਾਸ ਜਾਤੀ ਨਾਲ ਸੰਬੰਧ ਰੱਖਦੇ ਆ। ਸਤਿਗੁਰਾਂ ਨੇ ਇਹੀ ਗੱਲ ਮੁਕਾ ਦਿੱਤੀ, ਫੱਕੜ ਜਾਤੀ ਫੱਕੜ ਨਾਓ, ਸਭਨਾ ਜੀਆਂ ਇੱਕਾ ਛਾਓ। ਕਿ ਕਿਸੇ ਦੀ ਕੋਈ ਜਾਤ ਨਹੀਂ ਹੈ ਇਸ ਸੰਸਾਰ ਦੇ ਉੱਤੇ। ਸਾਡੇ ਕਰਮਾਂ ਦਾ ਲੇਖਾ ਜਿਹੜਾ ਹੈ ਉਸ ਦਰਗਾਹ ਦੇ ਵਿੱਚ ਉਸ ਪ੍ਰਮਾਤਮਾ ਦੇ ਕੋਲ ਹੋਣਾ ਹੈ। ਬ੍ਰਾਹਮਣ ਦੀਆਂ ਬਣਾਈਆਂ ਹੋਈਆਂ ਜਾਤੀਆਂ ਦੇ ਨਾਲ ਜਿਹੜਾ ਕੋਈ ਸੰਬੰਧ ਨਹੀਂ ਹੈ। ਹਾਂ, ਜਦੋਂ ਸੰਸਾਰ ਦੇ ਵਿੱਚ ਵਿਚਰਦੇ ਆ, ਆਪਣੇ ਆਪਣੇ ਲੋਕ ਕਾਰਜ ਕਰਦੇ ਹਨ, ਉਹਨਾਂ ਦੇ ਆਧਾਰ ਦੇ ਉੱਤੇ ਉਹਨਾਂ ਦੀਆਂ ਜਾਤਾਂ ਨਿਰਧਾਰਿਤ ਹੋ ਜਾਂਦੀਆਂ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕੋਈ ਨੀਵਾਂ ਹੋ ਗਿਆ ਤੇ ਕੋਈ ਉੱਚਾ ਹੋ ਗਿਆ। ਇਹ ਗੱਲ ਜਿਹੜੀ ਹੈ ਯਾਦ ਰੱਖਣ ਯੋਗ ਹੈ। ਜਾਤੀ ਦੈ ਕਿਆ ਹੱਥ ਸੱਚ ਪਰਖੀਐ, ਮੋਹਰਾ ਹੋਵੇ ਹੱਥ ਮਰੀਐ ਚੱਕੀਐ। ਜਾਤੀ ਜਿਹੜੀ ਹੈ ਇਹਦਾ ਭਰਮ ਬਿਲਕੁਲ ਹੀ ਨਹੀਂ ਕਰਨਾ, ਕਿਸੇ ਦੇ ਕੋਈ ਉੱਚਾ ਹੈ ਕੋਈ ਨੀਵਾਂ ਹੈ। ਇਹ ਗੱਲ ਜਿਹੜੀ ਹੈ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਦੋਂ ਪੰਗਤ ਦੀ ਤੇ ਸੰਗਤ ਦੀ ਮਰਿਆਦਾ ਆਰੰਭ ਕੀਤੀ ਨਾ, ਉਹਦੇ ਵਿੱਚ ਵੀ ਸਤਿਗੁਰਾਂ ਨੇ ਇਹੀ ਗੱਲ ਸਭ ਤੋਂ ਪਹਿਲਾਂ ਜਿਹੜੀ ਹੈ ਲਿਖੀ ਹੈ ਕਿ ਜਿਹੜੀ ਸੰਗਤ ਦੇ ਵਿੱਚ ਸਿੱਖ ਨੇ ਬੈਠਣਾ ਹੈ ਤੇ ਉਹਦੇ ਵਿੱਚ ਕਿਸੇ ਜਾਤ ਪਾਤ ਊਚ ਨੀਚ ਦਾ ਜਿਹੜਾ ਹੈ ਉਹ ਵਿਤਕਰਾ ਕਿਸੇ ਦੇ ਨਾਲ ਨਹੀਂ ਕਰਨਾ। ਕਿਉਂਕਿ ਅਕਾਲ ਪੁਰਖ ਦੀ ਕੋਈ ਜਾਤ ਨਹੀਂ ਹੈ ਤੇ ਜਾਤ ਜਿਹੜੀ ਹੈ ਉਹ ਕਿਸੇ ਅਕਾਲ ਪੁਰਖ ਦੀ ਨਹੀਂ ਹੈ ਤੇ ਉਹਦੇ ਬਣਾਏ ਹੋਏ ਜੀਵਾਂ ਦੀ ਕਿਵੇਂ ਹੋ ਸਕਦੀ ਹੈ। ਹੁਣ ਇੱਥੇ ਜਾਤ ਤੇ ਪਾਤ ਦੋ ਵੱਖ-ਵੱਖ ਵਿਸ਼ੇ ਆ। ਜਾਤ ਹੁੰਦੀ ਹੈ ਜਿਵੇਂ ਕੋਈ ਖਾਸ ਫਿਰਕਾ, ਤੇ ਪਾਤ ਹੁੰਦੀ ਹੈ ਜਿਵੇਂ ਉਸ ਫਿਰਕੇ ਦਾ ਗਾਂਹ ਜਿਹੜਾ ਹੈ ਵਰਗੀਕਰਨ। ਜਿਵੇਂ ਕਹਿ ਲਓ ਕਿ ਜਾਤ ਆਪਾਂ ਕਿਸੇ ਦੀ ਵਰਤ ਲੈਂਦੇ, ਜਿਵੇਂ ਜੱਟ ਜਾਤ ਹੈ ਇੱਕ, ਤੇ ਉਹਦੇ ਵਿੱਚ ਪਾਤ ਕੀ ਹੋਵੇਗੀ? ਜਿਵੇਂ ਕਿਸੇ ਨੇ ਆਪਣੇ ਨਾਮ ਦੇ ਪਿੱਛੇ ਢਿੱਲੋਂ ਲਾ ਲਿਆ, ਸਿੱਧੂ ਲਾ ਲਿਆ, ਸੰਧੂ ਲਾ ਲਿਆ, ਇਹ ਜਿਹੜੀ ਇਹਨੂੰ ਪਾਤ ਕਿਹਾ ਜਾਂਦਾ ਹੈ, ਜਾਤ ਪਾਤ। ਤੇ ਇਹ ਜਿਹੜਾ ਆ ਨਾ, ਇਹਦਾ ਭਰਮ ਜਿਹੜਾ ਸਿੱਖ ਨੇ ਨਹੀਂ ਕਰਨਾ, ਕਿਉਂਕਿ ਇਹ ਬ੍ਰਾਹਮਣਵਾਦੀ ਨੀਤੀ ਦੇ ਅਨੁਸਾਰ ਜਿਹੜੀ ਬਣੀ ਹੋਈਆਂ ਗੱਲਾਂ ਸਨ। ਤੇ ਕੋਈ ਉੱਚਾ ਹੈ ਕੋਈ ਨੀਵਾਂ ਹੈ, ਪਰ ਸਤਿਗੁਰਾਂ ਨੇ ਕਿਹਾ ਕਰਮਾਂ ਕਰਕੇ ਮਨੁੱਖ ਉੱਚੇ ਤੇ ਨੀਵੇਂ ਹੁੰਦੇ ਆ। ਪਰ ਜਿਹੜੇ ਮਨੁੱਖ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕੈ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੈ ਨਦਦ ਨਦਰ ਤੇਰੀ ਬਖਸ਼ੀਸ਼। ਕਿ ਪ੍ਰਮਾਤਮਾ ਜਿਸ ਜਗ੍ਹਾ ਦੇ ਉੱਤੇ ਨੀਵੇਂ ਲੋਕ ਵਸਦੇ ਆ, ਉੱਥੇ ਤੇਰੀ ਬਖਸ਼ਿਸ਼, ਉੱਥੇ ਤੇਰਾ ਕਰਮ ਹੈ। ਇਸ ਕਰਕੇ ਜਾਤ ਪਾਤ ਤੇ ਛੂਤ ਛਾਤ ਦਾ ਕੋਈ ਜਿਹੜਾ ਭਰਮ ਨਹੀਂ ਕਰਨਾ। ਛੂਆ ਛੂਤ ਜਿਹਨੂੰ ਕਹਿੰਦੇ ਆ ਕਿ ਇਹ ਵੱਡਾ ਹੈ ਇਹਦੇ ਨਾਲ ਮੈਂ ਲੱਗ ਗਿਆ ਤੇ ਮੈਂ ਭਿੱਟ ਜਾ, ਇਹ ਮਾਫ ਕਰਨਾ, ਨੀਵਾਂ ਹੈ ਮੈਂ ਇਹਦੇ ਨਾਲ ਲੱਗ ਗਿਆ ਤੇ ਮੈਂ ਭਿੱਟਿਆ ਜਾਵਾਂਗਾ। ਇਸ ਤਰ੍ਹਾਂ ਦੀ ਜਿਹੜੀ ਹੈ ਗੱਲ, ਉਹ ਵਿਪਰਵਾਦੀ ਸੋਚ ਤੋਂ ਉੱਚੇ ਉੱਠ ਕੇ ਤੇ ਆਪਣੇ ਆਪ ਨੂੰ ਜਿਹੜਾ ਹੈ ਇਹਨਾਂ ਗੱਲਾਂ ਦੇ ਵਿੱਚ ਨਹੀਂ ਪਾਉਣਾ। ਜਾਤ ਜਨਮ ਨੇ ਪੁੱਛੀਐ, ਸੱਚ ਕਰ ਲਿਓ ਬਤਾਏ, ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਕਰਮਾਂ ਦਾ ਲੇਖਾ ਜਿਹੜਾ ਹੋਣਾ ਹੈ, ਭਾਵੇਂ ਉਹ ਕੋਈ ਉੱਚਾ ਹੈ ਤੇ ਭਾਵੇਂ ਨੀਵੀਂ ਜਾਤੀ ਵਾਲਾ ਹੈ। ਇਸ ਸੰਸਾਰ ਦੇ ਉੱਤੇ ਭਾਵੇਂ ਕੋਈ ਜਿੰਨਾ ਮਰਜ਼ੀ ਉੱਚੀ ਜਾਤੀ ਦਾ ਹੰਕਾਰ ਕਰੀ ਜਾਵੇ, ਪਰ ਜਦੋਂ ਅਕਾਲ ਪੁਰਖ ਦੀ ਦਰਗਾਹ ਦੇ ਉੱਤੇ ਲੇਖਾ ਹੋਣਾ ਹੈ, ਉੱਥੇ ਕੋਈ ਪਤਾ ਨਹੀਂ ਕੋਈ ਨੀਵੇਂ ਜੀਵਨ ਵਾਲਾ ਜਿਹੜਾ ਹੈ, ਕੋਈ ਨੀਵੀਂ ਜਾਤੀ ਵਾਲਾ ਤੇ ਉਹਦਾ ਜੀਵਨ ਉੱਚਾ ਹੋਵੇ ਤੇ ਉਹਨੂੰ ਪਰਮਾਤਮਾ ਆਪਣੇ ਕੋਲ ਆਪਣੇ ਨੇੜੇ ਕਰ ਲਵੇ। ਤੇ ਜੇ ਭਾਵੇਂ ਕੋਈ ਉੱਚੀ ਜਾਤੀ ਵਾਲਾ ਹੋਵੇ ਤੇ ਕਰਮ ਉਹਦੇ ਬਿਲਕੁਲ ਮਾੜੇ ਹੋਣ ਤੇ ਉਹਨੂੰ ਨਰਕਾਂ ਦੇ ਵਿੱਚ ਧੱਕ ਦਿੱਤਾ ਜਾਵੇ। ਇਹ ਹੈ ਅਸਲ ਦੇ ਵਿੱਚ ਜਾਤ ਪਾਤ ਛੂਆ ਛਾਤ ਤੇ ਜਿਹੜਾ ਹੈ ਭਰਮ ਨਹੀਂ ਕਰਨਾ। ਉਸ ਤੋਂ ਬਾਅਦ ਅੱਗੇ ਆ ਜਾਓ ਜੀ, ਜੰਤਰ ਮੰਤਰ ਤੇ ਤੰਤਰ। ਗੁਰਮਤਿ ਮਾਰਤੰਡ ਦੇ ਅੰਦਰ ਭਾਈ ਕਾਹਨ ਸਿੰਘ ਨਾਭਾ ਜੀ ਨੇ ਵਿਚਾਰ ਦਿੱਤਾ ਇਹਦੇ ਉੱਤੇ ਕਿ ਅਸਲ ਦੇ ਵਿੱਚ ਜਿਹੜਾ ਮੰਤਰ ਦਾ ਅਰਥ ਹੈ ਉਹਦਾ ਹੁੰਦਾ ਸਲਾਹ ਮਸ਼ਵਰਾ। ਮੰਤਰ ਦੇ ਅਰਥ ਦਾ ਮੰਤਰ ਦਾ ਜਦੋਂ ਆਪਾਂ ਅਰਥ ਕਰਾਂਗੇ ਉਹਦਾ ਅਰਥ ਹੁੰਦਾ ਹੈ ਸਲਾਹ ਮਸ਼ਵਰਾ ਕਰਨਾ, ਤੇ ਜੰਤਰ ਦਾ ਅਰਥ ਹੁੰਦਾ ਹੈ ਕੋਈ ਕਿਸੇ ਤਰ੍ਹਾਂ ਦੀ ਕੋਈ ਮਸ਼ੀਨੀ ਜਿਹੜੀ ਚੀਜ਼ ਹੈ ਉਹਨੂੰ ਸਿੱਖਣਾ, ਭਾਵ ਕੋਈ ਕਲਾ ਸਿੱਖਣੀ, ਕੋਈ ਮਸ਼ੀਨ ਚਲਾਉਣੀ ਸਿੱਖਣੀ, ਕੁਛ ਵੀ ਸਿੱਖਣਾ, ਉਹਨੂੰ ਜਿਹੜਾ ਜੰਤਰ ਕਿਹਾ ਜਾਂਦਾ। ਤੰਤਰ ਹੁੰਦਾ ਹੈ ਕਿਸੇ ਪਦਾਰਥ ਦਾ ਮਿਲਾਪ, ਭਾਵ ਕਿਸੇ ਪਦਾਰਥ ਨੂੰ ਇਕੱਠਾ ਕਰਨ ਵਾਸਤੇ ਭੱਜ ਦੌੜ ਕਰਨੀ। ਪਰ ਤਾਂਤਰਿਕਾਂ ਨੇ ਇਹ ਤਿੰਨੇ ਸ਼ਬਦ ਜਿਹੜੇ ਆ ਨਾ ਇਸ ਤਰ੍ਹਾਂ ਵਰਤ ਕੇ ਤੇ ਇਹਨਾਂ ਨੂੰ ਜਾਦੂ ਟੂਣਿਆਂ ਦੇ ਨਾਲ ਮਿਲਾ ਦਿੱਤਾ। ਇਸ ਕਰਕੇ ਇਹਨਾਂ ਨੂੰ ਜੰਤਰ ਮੰਤਰ ਤੰਤਰ ਕਹਿਣ ਲੱਗ ਪਏ ਕਿ ਇਹ ਜੰਤਰ ਹੈ, ਇਹ ਮੰਤਰ ਤੰਤਰ ਮੰਤਰ ਕਰਦੇ ਆ, ਟੂਣੇ ਟਾਣੇ ਕਰਦੇ ਆ ਨਾ, ਇਹ ਸ਼ਬਦ ਜਿਹੜਾ ਇਸ ਤਰ੍ਹਾਂ ਵਰਤਣ ਲੱਗ ਪਏ। ਇਹਨਾਂ ਦਾ ਵੀ ਸਿੱਖ ਨੇ ਕਿਸੇ ਤਰ੍ਹਾਂ ਦਾ ਕੋਈ ਭਰਮ ਨਹੀਂ ਕਰਨਾ,
ਕਿਉਂਕਿ ਜਦੋਂ ਸਾਨੂੰ ਅਕਾਲ ਪੁਰਖ ਦੇ ਉੱਤੇ ਨਿਸ਼ਚਾ ਹੋਵੇ ਨਾ, ਤੇ ਫਿਰ ਸਾਡੇ ਇਹ ਕੋਈ ਜੰਤਰ, ਕੋਈ ਮੰਤਰ, ਕੋਈ ਤੰਤਰ ਸਾਡਾ ਕੁਛ ਵੀ ਨਹੀਂ ਵਿਗਾੜ ਸਕਦਾ। ਕਿਉਂਕਿ ਜਿਹੜਾ ਅਕਾਲ ਪੁਰਖ ਜਿਸ ਨੇ ਸਾਨੂੰ ਸਿਰਜਿਆ ਹੈ, ਜਿਹਨੇ ਸਾਨੂੰ ਬਣਾਇਆ ਹੈ, ਉਹ ਇਹਨਾਂ ਤੰਤਰਾਂ ਮੰਤਰਾਂ ਦੇ ਵਿੱਚ ਨਹੀਂ ਆਉਂਦਾ। ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਵਸ ਆਵਈ। ਉਹ ਅਕਾਲ ਪੁਰਖ ਨੇ ਸਾਨੂੰ ਜਿਹਨਾਂ ਬਣਾਇਆ ਹੈ, ਉਹਦੇ ਲਈ ਇਹ ਤੰਤਰ ਮੰਤਰ ਬਹੁਤ ਛੋਟੇ ਹਨ। ਤੰਤ ਮੰਤ ਪਖੰਡ ਨਾ ਜਾਣਾ, ਰਾਮ ਹਿਰਦੇ ਮਨ ਮਾਨਿਆ। ਇਹ ਸਿੱਖ ਦਾ ਜੀਵਨ ਹੋਣਾ ਚਾਹੀਦਾ। ਉਹ ਕਿਸੇ ਤੰਤਰ ਨੂੰ, ਕਿਸੇ ਮੰਤਰ ਨੂੰ, ਕਿਸੇ ਪਖੰਡ ਨੂੰ ਨਾ ਜਾਣੇ। ਉਹ ਸਿਰਫ ਅਕਾਲ ਪੁਰਖ ਦੇ ਉੱਤੇ ਭਰੋਸਾ ਰੱਖੇ। ਸੁਣਤ ਜਪਤ ਹਰ ਨਾਮ ਜਸ, ਤਾਂ ਕਿ ਦੂਰ ਬਲਾਈ। ਬਲਾਈ ਤੋਂ ਭਾਵ ਜਿਹੜੇ ਤੰਤਰ ਮੰਤਰਾਂ ਦੀਆਂ ਬਲਾਵਾਂ ਕਹਿੰਦੇ ਆ। ਮਹਾ ਮੰਤਰ ਨਾਨਕ ਕਤੇ ਹਰ ਕੇ ਗੁਣ ਗਾਈ। ਸਭ ਤੋਂ ਵੱਡਾ ਮੰਤਰ ਅਕਾਲ ਪੁਰਖ ਦੇ ਨਾਮ ਦਾ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤਾ, ਜਿਹਨੂੰ ਜਪ ਕੇ ਅਸੀਂ ਇਹ ਸਾਰੇ ਮੰਤਰਾਂ ਤੰਤਰਾਂ ਤੋਂ ਮੁਕਤ ਹੋ ਸਕਦੇ। ਸਭ ਤੋਂ ਵੱਡਾ ਨਾਮ ਰੂਪੀ ਮੰਤਰ ਸਾਨੂੰ ਉਸ ਅਕਾਲ ਪੁਰਖ ਨੇ ਦਿੱਤਾ ਹੈ ਜੀ। ਇਸ ਤੋਂ ਅੱਗੇ ਆ ਜਾਓ, ਸ਼ਬਦ ਆ ਗਿਆ ਸ਼ਗਨ। ਸ਼ਗਨ ਸ਼ਬਦ ਜਿਹੜਾ ਹੈ, ਇਹ ਆਮ ਤੌਰ ਦੇ ਉੱਤੇ ਵਰਤਿਆ ਜਾਂਦਾ ਸੀ। ਜਦੋਂ ਇਹਦੇ ਵਾਸਤੇ ਹੁਣ ਸ਼ਗਨ, ਆਪ ਸ਼ਗਨ, ਇਸ ਤਰ੍ਹਾਂ ਸ਼ਬਦ ਵਰਤਣ ਲੱਗ ਗਏ। ਸ਼ਗਨ ਸ਼ਬਦ ਵਰਤਿਆ ਜਾਂਦਾ ਸੀ ਕਿਸੇ ਚੰਗੇ ਵਾਸਤੇ, ਕਿ ਕੋਈ ਚੰਗਾ ਹੋਵੇਗਾ। ਜਿਵੇਂ ਕੋਈ ਪੰਛੀ ਦੀਆਂ ਆਵਾਜ਼ਾਂ, ਸ਼ਗਨ ਦਾ ਅਰਥ ਹੈ ਪੰਛੀ ਦੀ ਆਵਾਜ਼ ਹੁੰਦੀ ਆ। ਕਿ ਜਦੋਂ ਸ਼ਬਦ, ਜੋ ਕੋਈ ਪੰਛੀ ਪਰਿੰਦਾ ਕੋਈ ਚਹਿਕਦਾ ਹੈ, ਸ਼ਕੁਨ ਤੋਂ ਇਹ ਸ਼ਬਦ ਬਣਿਆ। ਸ਼ਕੁਨ ਦਾ ਅਰਥ ਹੁੰਦਾ ਪੰਛੀ। ਕਿ ਜਦੋਂ ਕੋਈ ਪਰਿੰਦਾ ਬੋਲਦਾ ਤੇ ਪੁਰਾਣੇ ਸਮਿਆਂ ਦੇ ਵਿੱਚ ਉਹਨੂੰ ਬੁਰਾ ਤੇ ਭਲੇ ਲਈ ਵਰਤਿਆ ਜਾਂਦਾ ਸੀ। ਫਿਰ ਹੌਲੀ ਹੌਲੀ ਇਹ ਵਧਣ ਤੋਂ ਬਾਅਦ ਕੀ ਹੋ ਗਿਆ, ਲੋਕਾਂ ਨੇ ਕੁੱਤਿਆਂ ਬਿੱਲੀਆਂ ਤੋਂ ਵੀ ਸ਼ਗਨ, ਅਪਸ਼ਗਨ ਬਣਾਉਣੇ ਸ਼ੁਰੂ ਕਰ ਦਿੱਤੇ, ਕਿ ਇਹ ਸ਼ਗਨ ਹੈ, ਇਹ ਅਪਸ਼ਗਨ ਹੈ। ਤੇ ਫਿਰ ਹਵਾ ਦਾ ਵੇਗ ਵੇਖ ਕੇ, ਪਾਣੀ ਵੇਖ ਕੇ, ਛਿੱਕ ਮਾਰਨਾ, ਵਿਧਵਾ ਇਸਤਰੀ, ਕਈ ਤਰ੍ਹਾਂ ਦੇ ਅਨੇਕਾਂ ਹੀ ਜਿਹੜੇ ਆ ਉਹ ਸ਼ਗਨ ਅਪਸ਼ਗਨ ਬਣ ਗਏ। ਤੇ ਜਿਹਦਾ ਲੋਕੀ ਫਿਰ ਭਰਮ ਕਰਨ ਲੱਗ ਪਏ ਕਿ ਬਿੱਲੀ ਰਾਹ ਕੱਟ ਗਈ ਹੈ ਤੇ ਹੁਣ ਅੱਗੇ ਨਹੀਂ ਜਾਣਾ, ਹਨਾ। ਇਸ ਤਰ੍ਹਾਂ ਕਰਕੇ ਇਹ ਕਈ ਤਰ੍ਹਾਂ ਦੇ ਜਿਹੜੇ ਸ਼ਗਨ ਅਪਸ਼ਗਨ ਬਣ ਗਏ। ਪਰ ਸਤਿਗੁਰਾਂ ਨੇ ਕਿਹਾ ਕਿ ਸਿੱਖ ਜਿਹੜਾ ਹੈ, ਇਹਨਾਂ ਸ਼ਗਨਾਂ ਅਪਸ਼ਗਨਾਂ ਦੀ ਪਰਵਾਹ ਨਾ ਕਰੇ। ਕਿਸੇ ਤਰ੍ਹਾਂ ਦਾ ਕੋਈ ਵੀ ਸ਼ਗਨ ਅਪਸ਼ਗਨ ਜਿਹੜਾ ਹੈ, ਸਿੱਖ ਨੂੰ ਨਹੀਂ ਲੱਗਦਾ, ਜੇ ਉਹ ਨਾਮ ਬਾਣੀ ਦੇ ਨਾਲ ਜੁੜਿਆ ਹੋਵੇ। ਤਿੱਥਾਂ ਦਾ ਵੀ ਕੋਈ ਭਰਮ ਜਿਹੜਾ ਉਹ ਨਹੀਂ ਕਰਨਾ। 15 ਤਿੱਥਾਂ ਜਿਹੜੀਆਂ ਮੰਨੀਆਂ ਗਈਆਂ, ਜਿਵੇਂ ਚੰਦਰਮਾ ਦਾ ਸਰੂਪ ਅੱਧੇ ਤੋਂ ਸੰਪੂਰਨ ਹੁੰਦਾ ਹੈ 15 ਦਿਨਾਂ ਦੇ ਅੰਦਰ। ਜਿਵੇਂ ਮੱਸਿਆ, ਤੇ ਮੱਸਿਆ ਤੋਂ ਬਾਅਦ ਅੱਗੇ ਚੱਲ ਕੇ ਜਿਹੜਾ ਹੈ ਪੁੰਨਿਆ ਆਉਂਦੀ ਹੈ 15 ਦਿਨਾਂ ਬਾਅਦ। ਤੇ ਇਹ ਜਿਹੜੇ 15 ਦਿਨ ਹੁੰਦੇ ਆ, ਤੇ ਇਹਨਾਂ ਨੂੰ ਚਾਨਣ ਪੱਖ ਤੇ ਹਨੇਰਾ ਪੱਖ ਜਿਹੜਾ ਕਿਹਾ ਜਾਂਦਾ। ਜਿਹੜੀ ਇਹ 15 ਦਿਨ ਜਦੋਂ ਚੰਦਰਮਾ ਮੱਸਿਆ ਤੋਂ ਪੁੰਨਿਆ ਵੱਲ ਜਾਂਦਾ ਹੈ, ਉਹਨੂੰ ਕਿਹਾ ਜਾਂਦਾ ਹੈ ਚਾਨਣ ਵਾਲਾ ਪੱਖ, ਕਿ ਇਹ ਚਾਨਣ ਵੱਲ ਨੂੰ ਜਾ ਰਿਹਾ ਹੈ, ਹਨਾ। ਇਹਨੂੰ ਤਿੱਥਾ ਮੰਨਿਆ ਜਾਂਦਾ 15। ਤੇ ਫਿਰ ਜਦੋਂ ਚੰਦਰਮਾ ਪੁੰਨਿਆ ਦੇ ਚੰਨ ਤੋਂ ਬਾਅਦ ਫਿਰ ਵਾਪਸ ਮੱਸਿਆ ਦੇ ਚੰਨ ਵੱਲ ਨੂੰ ਆਉਂਦਾ, ਘਟਨਾ ਸ਼ੁਰੂ ਹੁੰਦਾ, ਉਹਨੂੰ ਹਨੇਰਾ ਪੱਖ ਕਿਹਾ ਜਾਂਦਾ। ਤੇ ਇਹਨਾਂ ਨੂੰ ਤਿੱਥਾਂ ਗਿਣਿਆ ਜਾਂਦਾ ਹੈ, ਤਿੱਥਾਂ। ਇਸ ਕਰਕੇ ਇਹਨਾਂ ਦਾ ਵੀ ਕੋਈ ਭਰਮ ਨਹੀਂ ਕਰਨਾ ਕਿ ਇਹ ਤਿੱਥ ਚੰਗੀ ਹੈ, ਇਹ ਮਾੜੀ ਹੈ। ਜਿਵੇਂ ਪੁੰਨਿਆ ਵਾਲੇ ਦਿਨ ਇਹ ਕਾਰਜ ਕਰਨਾ ਹੈ, ਮੱਸਿਆ ਤੇ ਆਹ ਕਾਰਜ ਕਰਨਾ ਹੈ। ਇਹਨੂੰ ਖਾਸ ਕੋਈ ਭਰਮ ਜਿਹੜਾ ਹੈ ਸਿੱਖ ਨੇ ਨਹੀਂ ਪਾਲਣਾ। ਇਹ ਵੀ ਇਹਦਾ ਖਿਆਲ ਸਿੱਖ ਨੇ ਰੱਖਣਾ ਹੈ। ਫਿਰ ਉਸ ਤੋਂ ਬਾਅਦ ਮਹੂਰਤ, ਜਿਵੇਂ ਮਹੂਰਤ ਕਢਵਾਉਂਦੇ ਆ ਬੱਚੇ ਦੇ ਜਨਮ ਤੇ, ਕਿ ਬੱਚੇ ਦਾ ਮਾਫ ਕਰਨਾ, ਕਿ ਕੋਈ ਜਦੋਂ ਬੱਚੇ ਦਾ ਵਿਆਹ ਕਾਰਜ ਹੁੰਦਾ, ਉਦੋਂ ਖਾਸ ਕਰਕੇ ਮਹੂਰਤ ਕਢਾਇਆ ਜਾਂਦਾ ਹੈ। ਜਾਂ ਕਿਸੇ ਵੀ ਕਾਰਜ ਦੀ ਆਰੰਭਤਾ ਵੇਲੇ ਮਹੂਰਤ ਕਢਾਇਆ ਜਾਂਦਾ। ਪੰਡਿਤ ਲੋਕਾਂ ਦੇ ਕੋਲੋਂ ਜਿਹੜੇ ਮਹੂਰਤ ਕਢਵਾਉਂਦੇ ਆ, ਇਹਨਾਂ ਦਾ ਵੀ ਸਿੱਖ ਨੇ ਕੋਈ ਜਿਹੜਾ ਹੈ ਭਰਮ ਨਹੀਂ ਕਰਨਾ। ਕਿਸੇ ਤਰ੍ਹਾਂ ਦਾ ਕੋਈ ਖਾਸ ਮਹੂਰਤ ਨਹੀਂ ਹੁੰਦਾ, ਕਿਉਂਕਿ ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੁ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ। ਜਿਸ ਅਕਾਲ ਪੁਰਖ ਨੇ ਸ੍ਰਿਸ਼ਟੀ ਨੂੰ ਸਾਜਿਆ, ਉਹਨੂੰ ਹੀ ਪਤਾ ਹੈ ਕਿ ਕਦੋਂ ਕਿਹੜੀ ਤਿੱਥ ਤੇ ਕਦੋਂ ਕਿਹੜੀ ਵਾਰ ਸੀ। ਇਹ ਤੇ ਸਾਡੇ ਵੱਲੋਂ ਬਣਾਈਆਂ ਤਿੱਥਾਂ, ਸਾਡੇ ਵੱਲੋਂ ਬਣਾਏ ਵਾਰ ਹਨ। ਇਸ ਕਰਕੇ ਇਹਨਾਂ ਦੇ ਉੱਤੇ ਅਸੀਂ ਖਾਸ ਕਰਕੇ ਕੋਈ ਮਹੂਰਤ ਨਹੀਂ ਕਹਿ ਸਕਦੇ ਕਿ ਆਹ ਮਹੂਰਤ ਚੰਗਾ ਹੈ ਤੇ ਆਹ ਮਾੜਾ ਹੈ। ਇਸ ਕਰਕੇ ਇਹਨਾਂ ਗੱਲਾਂ ਵੱਲ ਖਾਸ ਕਰਕੇ ਧਿਆਨ ਦੇਣਾ ਚਾਹੀਦਾ। ਕੋਈ ਮਹੂਰਤ ਜਿਹੜਾ ਹੈ ਉਹ ਨਹੀਂ ਕਰਨਾ। ਫਿਰ ਅੱਗੇ ਆ ਗਿਆ ਗ੍ਰਹਿ। ਗ੍ਰਹਿ ਸ਼ਬਦ ਜਿਹੜਾ ਹੈ, ਇਹ ਜਿਹੜੇ ਗ੍ਰਹਿ ਦੀਆਂ ਚਾਲਾਂ ਹੁੰਦੀਆਂ ਨਾ, ਜੋ ਜੋਤਸ਼ੀ ਲੋਕ ਮੰਨਦੇ ਆ, ਇਹਨਾਂ ਦਾ ਵੀ ਕੋਈ ਭਰਮ ਹੈ। ਇੱਥੇ ਇਹ ਨਹੀਂ ਕਹਿਣਾ ਚਾਹੁੰਦਾ ਕਿ ਜੋਤਿਸ਼ ਵਿਦਿਆ ਨਹੀਂ ਆ। ਹਾਂ, ਜੋਤਿਸ਼ ਵਿਦਿਆ ਹੈ, ਪਰ ਹੁਣ ਗਿਣਵੇਂ ਚਿਣਵੇਂ ਲੋਕਾਂ ਦੇ ਕੋਲ ਹੈ, ਕਿਉਂਕਿ ਇਹਦੇ ਤੇ ਮਿਹਨਤ ਬਹੁਤ ਲੱਗਦੀ ਆ।
ਜੋਤਿਸ਼ ਵਿਦਿਆ ਜ਼ਰੂਰ ਹੈ ਤੇ ਜੋਤਿਸ਼ੀ ਇਹਦਾ ਰੱਜ ਕੇ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਪਖੰਡ ਵੀ ਕਰ ਰਹੇ ਆ ਰੱਜ ਕੇ, ਪਰ ਜਿਨ੍ਹਾਂ ਦੇ ਕੋਲ ਜੋਤਿਸ਼ ਵਿਦਿਆ ਹੈ ਉਹ ਜੋਤਿਸ਼ ਵਿਦਿਆ ਦੀ ਚੰਗੀ ਪਕੜ ਵੀ ਰੱਖਦੇ ਆ। ਜਿਵੇਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਦੋਂ ਜਾਂਦੇ ਆ ਨਾ ਗੰਗਾ ਇਸ਼ਨਾਨਾਂ ਦੇ ਉੱਤੇ ਹਰਿਦੁਆਰ, ਤੇ ਉੱਥੇ ਜਿਹੜਾ ਪੰਡਿਤ ਹੈ ਉਹ ਸਤਿਗੁਰਾਂ ਦੇ ਪੈਰ ਦੇ ਵਿੱਚ ਜਿਹੜਾ ਪਦਮ ਦੇ ਕੇ ਗੱਲ ਕਹਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਤੇ ਤੁਸੀਂ ਚੱਕਰਵਰਤੀ ਰਾਜਾ ਬਣੋਗੇ ਤੇ ਜਾਂ ਤੁਸੀਂ ਕੋਈ ਵੱਡੇ ਧਰਮਾਤਾ ਮਹਾਪੁਰਸ਼ ਬਣੋਗੇ। ਭਾਵ ਉਹਨੂੰ ਜੋਤਿਸ਼ੀ ਦਾ ਗਿਆਨ ਸੀ, ਜੋਤਿਸ਼ ਦਾ, ਉਹਨੇ ਤਾਂ ਹੀ ਵੇਖ ਕੇ ਕਿਹਾ। ਤੇ ਫਿਰ ਸਤਿਗੁਰੂ ਜਦੋਂ ਬਣੇ, ਫਿਰ ਸਤਿਗੁਰਾਂ ਨੇ ਉਹਨੂੰ ਨਿਹਾਲ ਵੀ ਕੀਤਾ, ਉਹਨੂੰ ਦੁਨਿਆਵੀ ਧਨ ਪਦਾਰਥ ਵੀ ਦਿੱਤੇ ਤੇ ਫਿਰ ਉਹਨੂੰ ਦਰਗਾਹ ਦੇ ਵਿੱਚ ਵੀ ਸੁੱਖ ਮਿਲਿਆ। ਤਾਂ ਕਹਿਣ ਤੋਂ ਭਾਵ ਕਿ ਹਾਂ ਜੋਤਿਸ਼ ਵਿਦਿਆ ਹੈ, ਪਰ ਜਿਹੜੇ ਅਸੀਂ ਇਹ ਗੱਲ ਕਰਦੇ ਆ ਨਾ ਕਿ ਗ੍ਰਹਿ ਵੇਖਣੇ, ਗ੍ਰਹਿ ਚੰਗੇ ਆ ਜਾਂ ਮਾੜੇ ਆ, ਕਿਸੇ ਦਾ ਕਹਿੰਦੇ ਰਾਹੂ ਜਿਹੜਾ ਆ ਉਹ ਕੇਤੂ ਚ ਆ ਗਿਆ, ਇਸ ਤਰ੍ਹਾਂ ਕਰਕੇ ਮੰਗਲ ਗ੍ਰਹਿ, ਜਿਵੇਂ ਮੰਗਲੀਕ ਸ਼ਬਦ ਬੜਾ ਵਰਤਦੇ ਆ ਗਿਆ ਮੈਨੂੰ ਯਾਦ, ਮੰਗਲੀਕ ਸ਼ਬਦ ਵਰਤਦੇ ਆ ਕਿ ਸਾਡਾ ਬੱਚਾ, ਸਾਡੀ ਬੱਚੀ ਮੰਗਲੀਕ ਹੈ। ਇਹ ਸ਼ਬਦ ਜਿਹੜਾ ਆ ਨਾ ਇਹ ਵੀ ਭਰਮ ਹੈ, ਨਿਰਾ ਭਰਮ। ਕਿਉਂਕਿ ਮੈਂ ਕਈ ਐਸੇ ਗੁਰਸਿੱਖ ਪਰਿਵਾਰ ਦੇਖੇ ਜਿਹੜੇ ਪਹਿਲਾਂ ਗੁਰਸਿੱਖ ਨਹੀਂ ਸੀ, ਪਰ ਉਹਨਾਂ ਨੇ ਵੀ ਆਪਣੇ ਬੱਚਿਆਂ ਦੇ ਇਵੇਂ ਹੀ ਬਣਾਏ ਤੇ ਪੰਡਤਾਂ ਨੇ ਇਹਨਾਂ ਨੂੰ ਕਹਿ ਦਿੱਤਾ ਕਿ ਮੰਗਲੀਕ ਹੈ ਜੀ, ਇਹਦਾ ਰਿਸ਼ਤਾ ਹੋਰ ਪਾਸੇ ਨਾ ਕੰਡਿਓ। ਪਰ ਜਦੋਂ ਉਹ ਅੰਮ੍ਰਿਤਧਾਰੀ ਹੋ ਗਏ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹਾਂ ਇਹ ਗੱਲਾਂ ਜਿਹੜੀਆਂ ਇਹਨਾਂ ਦੇ ਕੋਈ ਫਰਕ ਨਹੀਂ ਪੈਂਦਾ, ਫਿਰ ਉਹਨਾਂ ਨੇ ਆਪਣੇ ਬੱਚਿਆਂ ਦੇ ਵਿਆਹ ਵੀ ਕੀਤੇ ਤੇ ਉਹ ਸੁਖੀ ਵਸ ਰਹੇ ਆ। ਇਹ ਸਿਰਫ ਡਰ ਹੈ ਸਾਡਾ, ਹੋਰ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ। ਕਿਉਂਕਿ ਇੱਕ ਗ੍ਰਹਿ ਮੰਗਲ ਗ੍ਰਹਿ ਕਿਤੇ ਫਿਰਦਾ ਹੈ ਜਿੱਥੇ ਅਸੀਂ ਪਹੁੰਚ ਵੀ ਨਹੀਂ ਸਕੇ ਅਜੇ ਤੱਕ, ਜਿੱਥੋਂ ਅਸੀਂ ਟੈਲੀਸਕੋਪ ਜਿਹਨੂੰ ਦੇਖ ਰਹੇ ਆ, ਤੇ ਉਹ ਸਾਡੇ ਬੱਚਿਆਂ ਦੇ ਵਿਆਹਾਂ 'ਚ ਕੀ ਕਰਨ ਆ ਗਿਆ, ਉਹ ਸਾਡੇ ਬੱਚਿਆਂ ਦੇ ਜੀਵਨ 'ਚ ਕੀ ਕਰਨ ਆ ਗਿਆ। ਇਸ ਕਰਕੇ ਇਹ ਗੱਲ ਦਾ ਬੜਾ ਹੀ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਚਾਹੀਦਾ ਕਿ ਕੋਈ ਗ੍ਰਹਿ ਜਿਹੜਾ ਉਹ ਨਹੀਂ ਮੰਨਣਾ ਕਿ ਅੱਜ ਬ੍ਰਹਿਸਪਤੀ ਆ, ਇਹ ਸਾਡੀ ਰਾਸ਼ੀ ਵਿੱਚ ਆ ਗਿਆ। ਇਹਨਾਂ ਗੱਲਾਂ ਵੱਲ ਖਾਸ ਧਿਆਨ ਦੇਣਾ ਕਿ ਇਹ ਨਹੀਂ ਮੰਨਣੇ। ਫਿਰ ਰਾਸ਼ ਤੋਂ ਭਾਵ ਰਾਸ਼ੀਆਂ, ਜਿਹੜੀਆਂ 12 ਰਾਸ਼ੀਆਂ ਮੰਨੀ ਗਈਆਂ, ਮੇਸ਼ ਮਿਥੁਨ ਹਨਾ, ਇਹਨਾਂ ਦਾ ਵੀ ਕੋਈ ਖਾਸ ਜਿਹੜਾ ਉਹ ਧਿਆਨ ਨਹੀਂ ਰੱਖਣਾ। ਇਹਦੇ ਵਾਸਤੇ ਇੱਕ ਬੜੀ ਸੋਹਣੀ ਉਦਾਹਰਨ ਦਿੰਦੇ ਹੁੰਦੇ ਸਨ, ਕਹਿੰਦੇ ਕਿ ਜਿਹੜੀ ਰਾਮ ਦੀ ਤੇ ਰਾਵਣ ਦੀ ਰਾਸ਼ੀ ਵੀ ਇੱਕ ਸੀ ਰਾਰੇ ਤੋਂ ਹੀ, ਤੇ ਫਿਰ ਰਾਮ ਤੇ ਉਸੇ ਦਿਨ ਹੀ ਮਾਰਿਆ ਗਿਆ ਤੇ ਰਾਵਣ ਨੇ ਉਸੇ ਦਿਨ ਹੀ ਉਹਦੇ ਤੇ ਜਿੱਤ ਪ੍ਰਾਪਤ ਕਰ ਲਈ। ਜੇ ਰਾਸ਼ੀ 'ਚ ਕੋਈ ਤਾਕਤ ਹੁੰਦੀ ਫਿਰ ਜਾਂ ਤੇ ਦੋਵੇਂ ਮਾਰੇ ਜਾਂਦੇ ਜਾਂ ਦੋਵੇਂ ਜਿੱਤ ਪ੍ਰਾਪਤ ਕਰਦੇ ਹਨਾ। ਇਸ ਕਰਕੇ ਰਾਸ਼ੀਆਂ ਦਾ ਵੀ ਕੋਈ ਜਿਹੜਾ ਭਰਮ ਸਿੱਖ ਨੇ ਨਹੀਂ ਕਰਨਾ। ਫਿਰ ਉਸ ਤੋਂ ਬਾਅਦ ਅੱਗੇ ਸ਼ਬਦ ਸ਼ਰਾਧ ਆ ਗਿਆ। ਸ਼ਰਾਧ ਦਾ ਅਰਥ ਹੁੰਦਾ ਹੈ ਜਿਹੜਾ ਕੰਮ ਸ਼ਰਧਾ ਦੇ ਨਾਲ ਕੀਤਾ ਜਾਵੇ। ਸ਼ਰਾਧ ਸ਼ਰਧਾ ਦੇ ਨਾਲ ਕੀ ਹੁੰਦਾ ਹੈ ਕਿ ਆਪਣੇ ਬਜ਼ੁਰਗਾਂ ਦਾ ਲੋਕੀ ਜਿਹੜਾ ਉਹ ਸ਼ਰਾਧ ਕਰਦੇ ਆ, ਤੇ ਸਤਿਗੁਰਾਂ ਨੇ ਕਿਹਾ ਕਿ ਜੀਵਤ ਭਗਤ ਕਬੀਰ ਜੀ ਦਾ ਵਚਨ ਹੈ, ਜੀਵਨ ਪਿਤਰ ਨਾ ਮਾਨੇ ਕੋ, ਮੂਏ ਸ਼ਰਾਧ ਕਰਾਹੀ, ਪਿੱਤਰ ਵੀ ਬਪਰੇ ਕਹੋ ਕਿਉਂ ਖਾਵੈ, ਕਊਆ ਕੁੱਕਰ ਖਾਈ। ਕਹਿੰਦੇ ਨਾ ਜਦੋਂ ਜਿਉਂਦੇ ਸਨ ਉਦੋਂ ਉਹਨਾਂ ਨੂੰ ਪੁੱਛਿਆ ਨਹੀਂ, ਜੀਵਤ ਪਿੱਤਰ ਨਾ ਮਾਨੇ ਕੋ, ਜਿਉਂਦਿਆਂ ਨੂੰ ਪੁੱਛਿਆ ਨਹੀਂ ਬਜ਼ੁਰਗਾਂ ਨੂੰ, ਤੇ ਜਦੋਂ ਮਰ ਗਏ ਮੂਏ ਸ਼ਰਾਧ ਕਰਾਈ, ਫਿਰ ਉਹਨਾਂ ਦਾ ਸ਼ਰਾਧ ਕਰਵਾਇਆ। ਫਿਰ ਉਸ ਤੋਂ ਬਾਅਦ ਪਿੱਤਰ ਵੀ ਬੱਪਰੇ ਕਹੋ ਕਿਉਂ ਪਾਵੇ, ਪਿੱਤਰਾਂ ਦਾ ਕੀ ਪਤਾ ਉਹਨਾਂ ਤੱਕ ਪਹੁੰਚਣਾ ਕਿ ਨਹੀਂ ਪਹੁੰਚਣਾ, ਉਹ ਤੇ ਸਿਰਫ ਕਊਆ ਕੁੱਕਰ ਖਾਈ, ਜਾਂ ਕਊਏ ਜਾਂ ਕੁੱਤੇ ਹੀ ਖਾਂਦੇ ਜਿਹੜਾ ਸ਼ਰਾਧ ਹੁੰਦਾ। ਇਸ ਕਰਕੇ ਇਹ ਜਿਹੜਾ ਸ਼ਰਾਧ ਵਾਲਾ ਜਿਹੜਾ ਕਨਸੈਪਟ ਆ, ਇਹਦੇ ਵਿੱਚ ਕਿਆ ਸ਼ਬਦ ਵੀ ਅੱਗੇ ਆਇਆ ਵੀ ਨਾਲ ਹੀ ਵਿਆਖਿਆ ਹੈ। ਸ਼ਰਾਧ ਤੇ ਪਿੱਤਰ ਮਨਾਉਣੇ, ਭਾਵ ਆਪਣੇ ਬਜ਼ੁਰਗਾਂ ਨੂੰ ਕਹਿਣਾ ਕਿ ਇਹ ਸਾਡੇ ਬਜ਼ੁਰਗ ਸੀ ਤੇ ਉਹਨਾਂ ਦਾ ਜਿਹੜਾ ਖਾਸ ਦਿਨ ਮਨਾਉਣਾ। ਤੇ ਖਿਆ ਸ਼ਬਦ, ਇਹ ਤਿੰਨੇ ਸ਼ਬਦ ਇੱਕੋ ਹੀ ਲੜੀ ਵਿੱਚ ਆਉਂਦੇ ਆ, ਸ਼ਰਾਧ, ਪਿੱਤਰ ਤੇ ਖਿਆ। ਖਿਆ ਹੁੰਦਾ ਹੈ ਕਿ ਜਿਸ ਮਹੀਨੇ ਦੇ ਵਿੱਚ ਬਜ਼ੁਰਗ ਚੜ੍ਹਾਈ ਕੀਤਾ ਹੋਵੇ, ਜਿਸ ਮਹੀਨੇ ਦੇ ਵਿੱਚ ਉਹਦੀ ਡੈਥ ਹੋਈ ਹੋਵੇ, ਉਸ ਮਹੀਨੇ ਦੇ ਵਿੱਚ ਜਿਹੜਾ ਸ਼ਰਾਧ ਕਰਾਉਣਾ ਉਹਨੂੰ ਖਿਆ ਕਿਹਾ ਜਾਂਦਾ, ਖਿਆ। ਤੇ ਜਿਹੜਾ ਪਿੱਤਰਾਂ ਨੂੰ ਮਨਾਉਣਾ, ਖਾਸ ਕਰਕੇ ਪਿੱਤਰਾਂ ਨੂੰ ਯਾਦ ਕਰਕੇ ਉਹਨਾਂ ਨਾਂ ਦਾ ਦਾਨ ਦੇਣਾ, ਇਹਨੂੰ ਪਿੱਤਰ ਪੂਜਾ ਕਹਿੰਦੇ। ਫਿਰ ਉਸ ਤੋਂ ਬਾਅਦ ਸ਼ਰਾਧ ਦੀ ਗੱਲ ਆਪਾਂ ਕਰ ਲਈ ਆ, ਜਿਹੜੇ ਹਰ ਸਾਲ ਆਉਣ ਦੇ ਉੱਤੇ ਕਹਿੰਦੇ ਆ ਕਿ ਸਾਡੇ ਪਿੱਤਰਾਂ ਤੱਕ ਇਹ ਭੋਜਨ ਪਹੁੰਚ ਜਾਵੇ, ਤੇ ਉਹ ਫਿਰ ਪੰਡਤਾਂ ਨੂੰ, ਬ੍ਰਾਹਮਣਾਂ ਨੂੰ, ਜਾਂ ਛੱਤ ਤੇ ਕਾਵਾਂ ਨੂੰ, ਜਾਂ ਹੋਰ ਜਾਨਵਰਾਂ ਨੂੰ ਜਿਹੜਾ ਪਾਉਂਦੇ ਆ। ਇਹ ਜਿਹੜਾ ਕਾਰਜ ਸਿੱਖ ਨੇ ਨਹੀਂ ਕਰਨਾ। ਆਇਆ ਗਿਆ ਮੁਆ ਨਾਉ, ਪਿੱਛੇ ਪੱਤਲ ਸੱਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁਬਾ ਸੰਸਾਰ। ਦੇਖੋ ਸਤਿਗੁਰਾਂ ਨੇ ਕਿੰਨੀ ਵੱਡੀ ਗੱਲ ਕਹੀ ਹੈ ਕਿ ਆਇਆ ਗਿਆ ਮੋਇਆ ਨਾਉ, ਕੋਈ ਨਾਮ ਨਹੀਂ ਸੀ, ਆਇਆ ਤੇ ਇੱਥੇ ਵਰਤ ਕੇ ਤੇ ਮਰ ਗਿਆ ਤੇ ਚਲਾ ਗਿਆ। ਪਿੱਛੇ ਪਤਲ ਸੱਦਿਓ ਕਾਵ, ਪਿੱਛੇ ਫਿਰ ਕਾਂ ਹੀ ਉੱਡੇ ਜਦੋਂ ਆਇਆ, ਫਿਰ ਆਣ ਕੇ ਤੇ ਕਾਵਾਂ ਨੇ ਉਹਦਾ ਜਿਹੜਾ ਅੰਨ ਜਲ ਛਕਿਆ। ਤੇ ਇਹੋ ਜਿਹੇ ਮਨਮੁਖ ਲੋਕ ਤੁਰੇ ਫਿਰਦੇ ਆ ਕਿ ਬਾਜ ਗੁਰੂ ਡੁਬਾ ਸੰਸਾਰ।
ਬਿਨਾਂ ਗੁਰੂ ਤੋਂ ਕਿਸੇ ਤਰ੍ਹਾਂ ਦੀ ਕਿਸੇ ਨੂੰ ਸੋਝ ਨਹੀਂ ਆ, ਬਸ ਅੰਨ ਬਣਾ ਬਣਾ ਕੇ ਤੇ ਉਹਨਾਂ ਨੂੰ ਅਜਾਈਂ ਜਿਹੜਾ ਸਿੱਟੀ ਜਾ ਰਹੇ ਆ। ਇਸ ਕਰਕੇ ਇਹ ਜਿਹੜੀ ਗੱਲ ਆ, ਇਹ ਜੋ ਸਾਡੀ ਪੰਥਕ ਰਹਿਤ ਮਰਿਆਦਾ ਨੇ ਕਹੀ ਆ ਕਿ ਸ਼ਰਾਧ ਪਿੱਤਰ ਤੇ ਖਿਆ ਇਹ ਨਹੀਂ ਕਰਨੇ। ਫਿਰ ਪਿੰਡ, ਪਿੰਡ ਤੇ ਪਤਲ ਜਿਹੜਾ ਸ਼ਬਦ ਆ ਨਾ, ਇਹ ਜਦੋਂ ਮਰ ਜਾਂਦਾ ਹੈ ਕੋਈ ਜਾਂ ਜਿਹਦੀ ਡੈਥ ਹੋ ਜਾਂਦੀ ਹੈ, ਉਹਦੇ ਪ੍ਰੇਤ ਦੀ ਭਾਵ ਉਹਦੀ ਆਤਮਾ ਦੀ ਤ੍ਰਿਪਤੀ ਦੇ ਲਈ ਜੌਂ ਦੇ ਆਟੇ ਦੀਆਂ ਪਿੰਨੀਆਂ ਬਣਾ ਕੇ ਪੱਤਲਾਂ ਦੇ ਉੱਤੇ ਰੱਖ ਲਈਆਂ ਜਾਂਦੀਆਂ, ਤੇ ਜਾਂ ਪੱਤਲਾਂ ਦੇ ਉੱਤੇ ਰੱਖ ਕੇ ਦਾਨ ਕੀਤੀਆਂ ਜਾਂਦੀਆਂ, ਜਾਂ ਪਾਣੀ ਦੇ ਵਿੱਚ ਜਿਹੜੇ ਜੀਵ ਜੰਤੂ ਹੁੰਦੇ ਉਹਨਾਂ ਨੂੰ ਖਵਾਈਆਂ ਜਾਂਦੀਆਂ। ਉਹਨੂੰ ਕਹਿੰਦੇ ਪਿੰਡ ਪਤਲ ਕਰਨਾ। ਪੱਤਲਾਂ ਦੇ ਉੱਤੇ ਰੱਖ ਕੇ ਜੌਂ ਦੀਆਂ ਪਿੰਨੀਆਂ ਬਣਾ ਕੇ ਤੇ ਉਹ ਤਾਰੀਆਂ ਜਾਂਦੀਆਂ ਸੀ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਸਿੱਖ ਦੇ ਲਈ ਇਹ ਕਾਰਜ ਜਿਹੜੇ ਆ ਇਹ ਚੰਗੇ ਨਹੀਂ ਆ। ਸਤਿਗੁਰਾਂ ਨੇ ਕਿਹਾ ਤਾਂ ਪਿੰਡ ਪਤਲ ਮੇਰੀ ਕੇਸੋ ਕਰਿਆ, ਸੱਚ ਨਾਮ ਕਰਤਾਰ। ਕਰਤਾਰ ਦਾ ਨਾਮ ਵੀ ਮੇਰੇ ਲਈ ਜਿਹੜਾ ਪਿੰਡ ਪਤਲ ਹੈ। ਇੱਥੇ ਉੱਥੇ ਆਗੇ ਪਾਸ਼ੇ ਇਹ ਮੇਰਾ ਆਧਾਰ। ਉਹ ਕਹਿੰਦੇ ਸੀ ਕਿ ਜੇ ਅਸੀਂ ਇਹ ਪਿੰਡ ਜਿਹੜਾ ਹੈ ਪਾਵਾਂਗੇ, ਜੇ ਅਸੀਂ ਪਿੰਡ ਦਾਨ ਕਰਾਂਗੇ, ਉਹਦੇ ਨਾਲ ਕੀ ਹੋਏਗਾ, ਸਾਡੇ ਬਜ਼ੁਰਗ ਦੀ ਜਾਂ ਸਾਡੇ ਪਰਿਵਾਰ ਦੇ ਮੈਂਬਰ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਪਰ ਗੁਰੂ ਨਾਨਕ ਸਾਹਿਬ ਗੱਲ ਕਹਿੰਦੇ ਇੱਥੇ ਭਾਵ ਇਸ ਸੰਸਾਰ ਤੇ ਉੱਥੇ ਤੇ ਭਾਵ ਉਸ ਜਗ੍ਹਾ ਤੇ ਪਿੱਛੇ ਇਹੋ ਮੇਰਾ ਆਧਾਰ ਹੈ, ਹੋਰ ਕੋਈ ਆਸ ਨਹੀਂ। ਦੀਵਾ ਫੁੱਲ ਹਰ ਸਰ ਪਾਵੇ, ਇਹ ਜਿਹੜਾ ਰਾਮਕਲੀ ਸੱਧ ਵਿੱਚ ਗੁਰੂ ਅਮਰਦਾਸ ਜੀ ਦੇ ਬਚਨ। ਵਾਹਿਗੁਰੂ। ਹਾਂਜੀ ਸਾਧ ਸੰਗਤ ਜੀ, ਆਪਾਂ ਥੋੜਾ ਨੈਟਵਰਕ ਦੀ ਪ੍ਰੋਬਲਮ ਆ ਗਈ, ਸ਼ਾਇਦ ਲਾਈਟ ਬੰਦ ਹੋ ਗਈ ਸੀ ਤੇ ਫਿਰ ਲਾਈਟ ਆ ਗਈ। ਆਪਾਂ ਇੱਥੋਂ ਗੱਲ ਛੱਡੀ ਸੀ ਕਿ ਸਤਿਗੁਰਾਂ ਨੇ ਜੋ ਰਾਮਕਲੀ ਸੱਧ ਦੇ ਵਿੱਚ ਵੀ ਇਹ ਗੱਲ ਆਖੀ ਹੈ, ਜੋ ਬਾਬਾ ਸੁੰਦਰ ਜੀ ਨੇ ਲਿਖਿਆ ਹੈ ਕਿ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਹਰੀ ਦੇ ਸਰ ਭਾਵ ਹਰੀ ਦੇ ਸਰੋਵਰ ਦੇ ਵਿੱਚ, ਭਾਵ ਨਾਮ ਦੇ ਸਰੋਵਰ ਵਿੱਚ ਹੀ ਮੇਰਾ ਸਾਰਾ ਕੁਝ ਕਿਰਿਆ ਕਰਮ ਹੋਵੇ। ਸੋ ਉਸ ਤੋਂ ਬਾਅਦ ਅਗਲਾ ਸ਼ਬਦ ਹੈ ਪੱਤਲ ਤੋਂ ਬਾਅਦ ਦੀਵਾ। ਦੀਵਾ ਬਾਲਦੇ ਹੁੰਦੇ ਸੀ। ਗਰੁੜ ਪੁਰਾਣ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਜਦੋਂ ਧਰਮਰਾਜ ਦੀ ਕਚਹਿਰੀ ਤੱਕ ਪਹੁੰਚਣਾ ਨੇ ਜੀਵ ਨੇ ਹਿਸਾਬ ਕਿਤਾਬ ਕਰਾਉਣ ਵਾਸਤੇ, ਤੇ ਉਸ ਜਗ੍ਹਾ ਦੇ ਪਹੁੰਚਣ ਦੇ ਸਮੇਂ ਜਿਹੜਾ ਆ ਨਾ, ਉਹਨੂੰ 360 ਦਿਨ ਲੱਗਦੇ ਆ, ਕਰੀਬ ਕਰੀਬ 360 ਦਿਨ ਉਸ ਮਨੁੱਖ ਨੂੰ ਲੱਗਦੇ ਆ ਉੱਥੇ ਪਹੁੰਚਣ ਲੱਗਿਆ। ਤੇ ਇਸ ਕਰਕੇ ਉਹ ਕਹਿੰਦੇ ਕਿ ਉੱਥੇ ਜਿਹੜਾ ਰਾਹ ਹੁੰਦਾ ਹੈ ਉਹ ਬੜਾ ਹਨੇਰਾ ਹੁੰਦਾ ਹੈ, ਤੇ ਇਸ ਕਰਕੇ ਇੱਥੇ ਦੀਵਾ ਬਾਲਣਾ ਪੈਂਦਾ ਹੈ ਤਾਂ ਕਿ ਉਹ ਜਿਹੜੀ ਰੂਹ ਹੈ, ਜਿਹੜੀ ਆਤਮਾ ਧਰਮਰਾਜ ਦੀ ਕਚਹਿਰੀ ਤੱਕ ਸੁਖੈਨ ਪਹੁੰਚ ਜਾਵੇ। ਹੁਣ ਦੇਖੋ ਕਿੰਨੀ ਮੂਰਖਤਾ ਵਾਲੀ ਗੱਲ ਹੈ ਕਿ ਦੀਵਾ ਇਸ ਸੰਸਾਰ 'ਚ ਬਾਲਿਆ ਜਾ ਰਿਹਾ ਤੇ ਬੰਦਾ ਕਿਸੇ ਹੋਰ ਸੰਸਾਰ 'ਚ ਅੱਗੇ ਜਾ ਰਿਹਾ। ਇਹ ਤੇ ਇੱਕ ਮੂਰਖਤਾ ਹੈ ਨਾ, ਇੱਕ ਹਾਸੋ ਹੀ ਨਹੀਂ ਗੱਲ ਹੈ। ਇਸ ਕਰਕੇ ਸਤਿਗੁਰਾਂ ਨੇ ਕਿਹਾ ਕਿ ਐਸਾ ਕੋਈ ਵੀ ਦੀਵਾ ਜਿਹੜਾ ਨਹੀਂ ਬਾਲਣਾ ਚਾਹੀਦਾ। ਸਤਿਗੁਰਾਂ ਨੇ ਇੱਕ ਸ਼ਬਦ ਉਚਾਰਨ ਕੀਤਾ ਬੜਾ ਸੁੰਦਰ ਸੂਹੀ ਰਾਗ ਦੇ ਵਿੱਚ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੁਖਿਆ, ਚੂਕਾ ਜਮ ਸਿਉ ਮੇਲ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਏਕਟੇ, ਏਕ ਰਤੀ ਲੈ ਪਾਏ। ਸਤਿਗੁਰਾਂ ਨੇ ਕਹਿ ਦਿੱਤਾ ਕਿ ਮੇਰਾ ਨਾਮ ਹੀ ਅਸਲ ਦੇ ਵਿੱਚ ਦੀਵਾ ਹੈ, ਜਿਹਦੇ ਵਿੱਚ ਮੈਂ ਦੁੱਖ ਰੂਪੀ ਤੇਲ ਪਾਉਣਾ, ਤੇ ਦੁੱਖ ਜਿਹੜਾ ਸੜ ਕੇ ਤੇ ਇਸ ਨਾਮ ਦੇ ਨਾਲ ਮੈਨੂੰ ਸੁੱਖ ਜਿਹੜਾ ਮਿਲ ਰਿਹਾ। ਉਨ ਚਾਨਣ ਉਹ ਸੁਖਿਆ, ਚੂਕਾ ਜਮ ਸਿਉ ਮੇਲ। ਤੇ ਜਦੋਂ ਮੈਂ ਨਾਮ ਜਪਦਾ ਤੇ ਮੇਰਾ ਜਮਾਂ ਦੇ ਨਾਲ ਮੇਰੀ ਫਾਹੀ ਜਿਹੜੀ ਉਹ ਕੱਟੀ ਜਾਂਦੀ ਹੈ, ਮੈਨੂੰ ਫਿਰ ਜਮ ਲੈਣ ਨਹੀਂ ਆਉਂਦੇ। ਲੋਕਾਂ ਮਤ ਕੋ ਫਕੜ ਪਾਏ, ਲੱਖ ਮੜਿਆ ਕਰ ਏਕਟੇ, ਏਕ ਰਤੀ ਲੈ ਪਾਏ। ਇਹ ਸਤਿਗੁਰਾਂ ਨੇ ਜਿਹੜੀ ਹੈ ਬਖਸ਼ਿਸ਼ ਕੀਤੀ ਹੈ ਦੀਵੇ ਦੇ ਬਾਰੇ। ਕਿਰਿਆ ਕਰਮ ਜਿਹੜੇ ਹਨ ਉਹ ਆਮ ਹੀ ਜਿਹੜੇ ਪੰਡਿਤ ਲੋਕ, ਜਦੋਂ ਕਿ ਤੁਸੀਂ ਚਲੋ ਆਪਣੇ ਸਿੱਖਾਂ ਦੇ ਵਿੱਚ ਇਹਨਾਂ ਤੇ ਨਹੀਂ ਹੈ ਇਸ ਗੱਲੋਂ ਤੇ ਚਲੋ ਠੀਕ ਹੈ, ਪਰ ਕਈ ਜਗ੍ਹਾ ਦੇ ਉੱਤੇ ਇਹ ਗੱਲਾਂ ਹੁੰਦੀਆਂ, ਕਈ ਜਗ੍ਹਾ ਸਿੱਖ ਵੀ ਇਹ ਗੱਲਾਂ ਕਰਦੇ ਆ ਕਿਰਿਆ ਕਰਮ ਦੇ ਵੇਲੇ। ਜਦੋਂ ਕੋਈ ਚੜ੍ਹਾਈ ਪੁਰਾਣੀ ਕਰ ਜਾਂਦਾ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਕਿਰਿਆ ਕਰਮ ਕਰਦੇ ਆ, ਜਿਵੇਂ ਗਊ ਮਨਸਾਉਣੀ, ਜਿਵੇਂ ਗਾਂ ਕਿਸੇ ਨੂੰ ਦਾਨ ਕਰਨੀ। ਇਹੋ ਜਿਹੇ ਕਾਰਜ ਜਿਹੜੇ ਪੰਡਿਤ ਲੋਕ ਗਾਂ ਵੀ ਘਰ ਲੈ ਜਾਂਦੇ ਸੀ, ਦੁੱਧ ਜਿਹੜਾ ਉਹਦਾ ਛਕਦੇ ਸੀ ਤੇ ਕਹਿੰਦੇ ਸੀ ਕਿ ਤੁਹਾਡਾ ਬਜ਼ੁਰਗ ਜਿਹੜਾ ਇਸੇ ਗਾਂ ਦੀ ਪੂਛ ਫੜ ਕੇ ਤੇ ਜਿਹੜੀ ਹੈ ਨਦੀ ਪਾਰ ਕਰੇਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਉਹ ਕਰਦੇ ਸੀ, ਇਸ ਤਰ੍ਹਾਂ ਦੇ ਕਿਰਿਆ ਕਰਮ ਭੋਲੇ ਭਾਲੇ ਲੋਕਾਂ ਕੋਲੋਂ ਕਰਵਾਉਂਦੇ ਸੀ। ਪਰ ਸਤਿਗੁਰਾਂ ਨੇ ਕਹਿ ਦਿੱਤਾ ਕਿ ਇਹੋ ਜਿਹੇ ਕਿਰਿਆ ਕਰਮ ਜਿਹੜੇ ਸਿੱਖ ਨੇ ਨਹੀਂ ਕਰਨੇ। ਉਸ ਤੋਂ ਅੱਗੇ ਆ ਜਾਓ ਜੀ ਹੋਮ।
ਹੋਮ ਦਾ ਅਰਥ ਹੁੰਦਾ ਹਵਨ ਕਰਨਾ, ਤੇ ਕਿਸੇ ਤਰ੍ਹਾਂ ਦਾ ਕੋਈ ਵੀ ਹਵਨ ਜਿਹੜਾ ਉਹ ਸਿੱਖਾਂ ਦੇ ਵਿੱਚ ਪ੍ਰਵਾਨ ਨਹੀਂ ਹੈ। ਕਿਸੇ ਤਰ੍ਹਾਂ ਦਾ ਕੋਈ ਜੱਗ ਕਰਨਾ ਉਹ ਵੀ ਸਾਡੇ ਵਿੱਚ, ਸਾਡੇ ਸਿੱਖਾਂ ਦੇ ਅੰਦਰ ਇਹ ਗੱਲ ਜਿਹੜੀ ਹੈ ਪ੍ਰਵਾਨ ਨਹੀਂ ਹੈ। ਤਰਪਣ ਜਿਹੜਾ ਹੈ ਇਹ ਸ਼ਬਦ ਇੱਥੇ ਆਇਆ ਹੈ, ਭਾਵ ਜਿਹੜਾ ਹੈ ਨਾ ਜੱਗ ਕਰਕੇ ਤੇ ਆਪਣੇ ਸ਼ਬਦ ਵਾਹਿਗੁਰੂ, ਹਾਂ, ਹੋਮ ਜੱਗ ਤਰਪਣ, ਇਹ ਵੀ ਇੱਕ ਜੱਗ ਵਾਂਗ ਹੀ ਹੁੰਦਾ ਹੈ ਜਿਹਦੇ ਵਿੱਚ ਕਈ ਤਰ੍ਹਾਂ ਦੀਆਂ ਆਹੂਤੀਆਂ ਦਿੱਤੀਆਂ ਜਾਂਦੀਆਂ, ਤੇ ਉਹਦੇ ਬਾਰੇ ਵੀ ਜਿਹੜਾ ਹੈ ਸਾਡੀ ਪੰਥਕ ਰਹਿਤ ਮਰਿਆਦਾ ਨੇ ਇਹ ਗੱਲ ਕਹੀ ਹੈ ਕਿ ਇਹ ਵੀ ਕਾਰਜ ਜਿਹੜਾ ਹੈ ਕਿਸੇ ਤਰ੍ਹਾਂ ਦਾ ਹੋਮ ਜਾਂ ਜੱਗ ਕਰਨਾ, ਕਿਸੇ ਖਾਸ ਤਰ੍ਹਾਂ ਦੇ ਜਿਵੇਂ ਅਸਤੂ ਮੇਧ ਜਗਨੇ ਤਿਲਾ ਫੁਲਾ ਰਾਸ ਕਿਨੇ ਪ੍ਰਾਗ ਇਸ਼ਨਾਨੇ ਤਹੂ ਨਾ ਪੂਜੇ ਹਰ ਹਰ ਨਾਮਾ, ਭਾਵ ਕਿ ਭਾਵੇਂ ਜਿੰਨੇ ਮਰਜ਼ੀ ਜੱਗ ਕਰ ਲਵੋ, ਭਾਵੇਂ ਅਸੁਮੇਧ ਜੱਗ ਹੁੰਦਾ, ਘੋੜਿਆਂ ਦੀਆਂ ਬਲੀਆਂ ਦਿੰਦੇ ਸਨ ਲੋਕ, ਤੇ ਕਈ ਤਰ੍ਹਾਂ ਦੇ ਭਾਵੇਂ ਜੱਗ ਕਰ ਲਓ, ਭਾਵੇਂ ਜੋ ਮਰਜ਼ੀ ਕਰ ਲਓ, ਪਰ ਪਰਮਾਤਮਾ ਦੇ ਨਾਮ ਦੇ ਬਰਾਬਰ ਇਹ ਨਹੀਂ ਪੁੱਜਦਾ। ਇਸ ਕਰਕੇ ਪੰਥ ਨੇ ਗੱਲ ਕਹੀ ਹੈ ਹੋਮ ਜੱਗ ਤਰਪਣ ਜਿਹੜਾ ਨਹੀਂ ਕਰਨਾ। ਸਿੱਖਾ ਸੂਤ ਭੱਦਨ ਇਹ ਜਿਹੜੇ ਸ਼ਬਦ ਆ, ਹੁਣ ਅੱਗੇ ਆ ਜਾਓ ਆਪ ਜੀ, ਕਿ ਇਹ ਭੱਦਨ ਕਰਨਾ, ਜਦੋਂ ਕੋਈ ਮਰ ਜਾਂਦਾ ਸੀ ਉਸ ਤੋਂ ਬਾਅਦ ਉਹਦਾ ਜਿਹੜਾ ਸੀ ਸੀਸ ਉਹ ਗੰਜਾ ਕਰ ਦਿੱਤਾ ਜਾਂਦਾ ਸੀ, ਸਿਰ ਤੋਂ ਉਹਦੇ ਵਾਲ ਜਿਹੜੇ ਸੀ ਉਹ ਕੱਟ ਦਿੱਤੇ ਜਾਂਦੇ ਸਨ, ਕਿ ਹੁਣ ਇਹ ਮਨੁੱਖ ਜਿਹੜਾ ਹੈ ਇਹਨਾਂ ਪਰਿਵਾਰ ਦਾ ਕੋਈ ਜਿਹੜਾ ਚੜਾਈ ਕਰ ਗਿਆ ਤੇ ਇਹਦੇ ਨਾਲ ਕੀ ਹੋਏਗਾ ਕਿ ਹੁਣ ਇਹਨੂੰ ਆਪਣੇ ਸਿਰ ਦੇ ਜਿਹੜੇ ਵਾਲ ਆ ਉਹ ਕਟਾਉਣੇ ਪੈਣਗੇ। ਭੱਦਨ ਕਰਨਾ, ਉਹ ਫਿਰ ਉਹਦਾ ਭੱਦਨ ਕਰਦੇ ਸਨ। ਪਰ ਸਤਿਗੁਰਾਂ ਨੇ ਇਹ ਗੱਲ ਇੱਥੇ ਲਿਖ ਦਿੱਤੀ ਕਿ ਮੁੰਡਨ ਕਰਨਾ, ਇਹਨੂੰ ਮੁੰਡਨ ਵੀ ਕਿਹਾ ਜਾਂਦਾ ਸੀ। ਇਹ ਜਿਹੜੇ ਮਨੁੱਖ ਦੇ ਵਾਲ ਆ, ਜਿਹੜੇ ਉਹਦੇ ਸਰੀਰ ਦੇ ਉੱਤੇ ਜਿੰਨੇ ਵੀ ਵਾਲ ਆ ਉਹ ਉਸੇ ਤਰ੍ਹਾਂ ਹੀ ਹੋਣ ਜਿਵੇਂ ਦੇ ਅਕਾਲ ਪੁਰਖ ਨੇ ਉਹਨੂੰ ਦਿੱਤੇ ਹੋਏ ਆ, ਤੇ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਭਰਮ ਨਹੀਂ ਕਰਨਾ, ਕੋਈ ਭੱਦਨ ਜਿਹੜਾ ਹੈ ਉਹ ਨਹੀਂ ਕਰਨਾ, ਕਿਸੇ ਤਰ੍ਹਾਂ ਦੇ ਕੋਈ ਵਾਲ ਜਿਹੜੇ ਹਨ ਉਹ ਨਹੀਂ ਕੱਟਣੇ। ਇਸ ਕਰਕੇ ਸਤਿਗੁਰਾਂ ਨੇ ਇੱਥੇ ਜੋ ਸਾਡੇ ਪੰਥ ਨੇ ਇੱਥੇ ਗੱਲ ਜਿਹੜੀ ਹੈ ਲਿਖੀ ਹੈ। ਇਕਾਦਸ਼ੀ ਤੇ ਪੂਰਨਮਾਸੀ ਆਦਿ ਦੇ ਵਰਤ, ਇਕਾਦਸ਼ੀ ਤੇ ਪੁੰਨਿਆਂ ਦੇ ਜਿਹੜੇ ਵਰਤ ਰੱਖਦੇ ਆ, ਕਈ ਦੇਵੀ ਦੇਵਤਿਆਂ ਨੂੰ ਜਿਹੜੇ ਆ ਪੂਜ ਕੇ ਉਹਨਾਂ ਦੇ ਨਾਮ ਦੇ ਵਰਤ ਰੱਖਣੇ, ਜਿਵੇਂ ਯਹੂਦੀਆਂ ਦੇ ਵਿੱਚ 40 ਦਿਨਾਂ ਦਾ ਇੱਕ ਵਰਤ ਰੱਖਿਆ ਜਾਂਦਾ ਹੈ, ਮੁਸਲਮਾਨਾਂ ਦੇ ਵਿੱਚ 30 ਦਿਨਾਂ ਦੇ ਰੋਜ਼ੇ ਰੱਖੇ ਜਾਂਦੇ ਆ। ਇਹਨਾਂ ਦੇ ਵੱਲ ਵੀ ਸਿੱਖ ਨੇ ਨਹੀਂ ਜਾਣਾ, ਇਹੋ ਜਿਹੇ ਵਰਤ ਜਿਹੜੇ ਆ ਨਾ ਉਹ ਨਹੀਂ ਕਰਨੇ। ਹਾਂ, ਸਿੱਖ ਨੇ ਇੱਕ ਕਾਰਜ ਜ਼ਰੂਰ ਕਰਨਾ ਹੈ, ਉਹ ਵਰਤ ਵੀ ਸਤਿਗੁਰਾਂ ਨੇ ਲਿਖਿਆ ਕਿ ਵਰਤ ਰੱਖਣਾ ਹੈ ਸਿੱਖ ਨੇ, ਪਰ ਉਹ ਕਿਹੜਾ ਵਰਤ ਹੈ? ਸੇਵ ਕੀਤੀ ਸੰਤੋਖਈ, ਜਿੰਨੀ ਸੱਚੋ ਸੱਚ ਧਿਆਇਆ, ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕਿਰਤ ਧਰਮ ਕਮਾਇਆ, ਉਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਇਹ ਜਿਹੜਾ ਸਿੱਖ ਨੇ ਵਰਤ ਰੱਖਣਾ ਹੈ, ਸੰਤੋਖੀ ਜੀਵਨ ਤੇ ਸੇਵ ਕਮਾਉਣੀ ਆ, ਤੇ ਸੱਚ ਨੂੰ ਸੱਚਾ ਨਾਮ ਤੇ ਆਉਣਾ ਹੈ, ਤੇ ਮੰਦੇ ਪਾਸੇ ਪੈਰ ਨਹੀਂ ਰੱਖਣੇ, ਤੇ ਇਹੋ ਜਿਹਾ ਧਰਮ ਕਮਾਉਣਾ ਹੈ ਕਿ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਦੁਨੀਆ ਦੇ ਬੰਧਨਾਂ ਦੇ ਵਿੱਚ ਨਿਰਲੇਪ ਰਹਿਣਾ ਹੈ, ਤੇ ਅੰਨ ਪਾਣੀ ਜਿਹੜਾ ਥੋੜਾ ਖਾਣਾ ਹੈ, ਜਿੰਨਾ ਕੁ ਸਰੀਰ ਨੂੰ ਲੋੜੀਂਦਾ ਹੈ, ਜਿੰਨਾ ਕੁ ਸਰੀਰ ਨੂੰ ਚਾਹੀਦਾ ਹੈ। ਇਸ ਕਰਕੇ ਸਤਿਗੁਰਾਂ ਨੇ ਇੱਥੇ ਗੱਲ ਕੀਤੀ ਕਿ ਇਹੋ ਜਿਹੇ ਵਰਤ ਨਹੀਂ ਰੱਖਣੇ। ਫਿਰ ਤਿਲਕ ਸ਼ਬਦ ਆਇਆ ਹੈ, ਤਿਲਕ ਜਿਹੜਾ ਉਹ ਨਹੀਂ ਲਾਉਣਾ ਸਿੱਖ ਨੇ, ਤੇ ਜੰਨੂ ਸ਼ਬਦ ਜਿਹੜਾ ਜੰਨੂ ਪਾਉਂਦੇ ਆ ਜੋ ਬ੍ਰਾਹਮਣ ਲੋਕ, ਤਿੰਨਾਂ ਹੀ ਜਿਹੜੇ ਆ ਹਨ, ਜਿਵੇਂ ਬ੍ਰਾਹਮਣ, ਖੱਤਰੀ ਤੇ ਵੈਸ਼, ਇਹਨਾਂ ਵਾਸਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ 3 ਤਰ੍ਹਾਂ ਦੇ ਹੁੰਦੇ ਆ ਜੰਨੂ। ਬ੍ਰਾਹਮਣ ਵਾਸਤੇ ਵੱਖਰਾ ਹੁੰਦਾ ਹੈ, ਤੇ ਸ਼ੂਦਰ ਨੂੰ ਤੇ ਪਾਇਆ ਨਹੀਂ ਜਾਂਦਾ। ਬ੍ਰਾਹਮਣ ਵਾਸਤੇ ਵੱਖਰਾ ਹੁੰਦਾ ਹੈ, ਵੈਸ਼ ਵਾਸਤੇ ਵੱਖਰਾ ਹੁੰਦਾ ਹੈ, ਤੇ ਖੱਤਰੀ ਵਾਸਤੇ ਇਹ ਜਿਹੜਾ ਵੱਖਰਾ ਹੁੰਦਾ ਹੈ। ਪਰ ਸਤਿਗੁਰਾਂ ਨੇ ਕਹਿ ਦਿੱਤਾ ਕਿ ਸਿੱਖ ਜਿਹੜੇ ਆ ਉਹ ਇਹਨਾਂ ਗੱਲਾਂ ਵੱਲ ਨਾ ਆਉਣ, ਇਸ ਤਰ੍ਹਾਂ ਦਾ ਕੋਈ ਜੰਨੂ ਨਾ ਪਾਉਣ। ਫਿਰ ਤੁਲਸੀ ਦੀ ਪੂਜਾ ਜਿਹੜੀ ਹੈ ਉਹ ਨਹੀਂ ਕਰਨੀ ਸਿੱਖ ਨੇ। ਘਰ ਦੇ ਵਿੱਚ ਤੁਲਸੀ ਲਾਉਣੀ ਜ਼ਰੂਰ ਹੈ, ਲਾ ਕੇ ਉਹ ਬੜੀ ਵਧੀਆ ਜੜੀ ਬੂਟੀ ਆ ਜਿਹਦੇ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ, ਉਹ ਬੂਟੀ ਘਰ ਦੇ ਵਿੱਚ ਲਾਉਣੀ ਚਾਹੀਦੀ ਹੈ, ਤੇ ਉਹਦੀ ਪੂਜਾ ਨਹੀਂ ਕਰਨੀ। ਹਾਂ, ਉਹਨੂੰ ਆਪਾਂ ਜਿਹੜਾ ਹੈ ਉਹਦੇ ਪੱਤਿਆਂ ਨੂੰ ਅਸੀਂ ਮੈਡੀਕਲੀ ਤੌਰ ਦੇ ਉੱਤੇ ਵਰਤ ਸਕਦੇ ਹਾਂ, ਇਹ ਗੱਲ ਯਾਦ ਰੱਖਣੀ ਹੈ। ਮਾਲਾ, ਕਿਸੇ ਤਰ੍ਹਾਂ ਦੀ ਕੋਈ ਮਾਲਾ ਜਿਹੜੀ ਹੈ ਉਹਦਾ ਵਰਣਨ ਇੱਥੇ ਕੀਤਾ ਗਿਆ ਹੈ ਕਿ ਜਿਵੇਂ ਜਪ ਮਾਲਾ, ਜਿਵੇਂ ਸਿਮਰਨੀ, ਇਹ ਸਾਰਾ ਕੁਝ ਹੁੰਦਾ ਹੈ ਨਾ ਵੱਖ-ਵੱਖ ਲੋਕਾਂ ਦੇ ਕੋਲੋਂ, ਤੇ ਸਤਿਗੁਰਾਂ ਨੇ ਕਿਹਾ ਕਿ ਇਹ ਜਿਹੜੀ ਮਾਲਾ ਹੈ ਇਹਨੂੰ ਆਪਣੇ ਕੋਲ ਨਹੀਂ ਰੱਖਣਾ। ਹੁਣ ਕਈ ਚਲੋ ਮਹਾਂਪੁਰਸ਼ ਜਿਹੜੇ ਆ ਉਹ ਮਾਲਾ ਆਪਣੇ ਕੋਲ ਰੱਖਦੇ ਆ, ਜਿਵੇਂ ਆਪਾਂ ਦੇ ਗੁਰੂ ਨਾਨਕ ਸਾਹਿਬ ਦੇ ਹੱਥਾਂ 'ਚ ਵੀ ਮਾਲਾ ਫੜਾ ਦਿੱਤੀਆਂ,
ਪਰ ਸਤਿਗੁਰਾਂ ਨੇ ਕਿਹਾ ਜੇ ਜਪਣਾ ਹੈ ਕਿ ਹਿਰਦੈ ਜਪਨੀ ਜਪੋ ਗੁਣਤਾਸਾ, ਹਰ ਅਗਮ ਗੋਚਰ ਅਪਰੰਪਰ ਸੁਆਮੀ, ਜਨ ਭਾਗ ਲਗ ਧਿਆਵੋ ਹਰ ਦਾਸਨ ਦਾਸਾ। ਕਿ ਪ੍ਰਮਾਤਮਾ ਦਾ ਜੇ ਨਾਮ ਜਪਣਾ ਹੈ ਤੇ ਆਪਣੇ ਹਿਰਦੇ ਨੂੰ ਜਪਣੀ ਬਣਾਣਾ, ਆਪਣੇ ਹਿਰਦੇ ਨੂੰ ਹੀ ਮਾਲਾ ਬਣਾਣਾ ਤੇ ਵਾਰ-ਵਾਰ ਉਹਦੇ ਵਿੱਚ ਦੁਹਰਾਉਣਾ ਕਰ। ਖਾਸ ਤੌਰ ਤੇ ਇੱਕ ਮਾਲਾ ਲੈ ਕੇ ਜਪਣਾ, ਇਹ ਪ੍ਰਮਾਤਮਾ ਦੇ ਨਾਮ ਨੂੰ ਜਿਹੜਾ ਹੈ ਉਹ ਟਿਚ ਜਾਣਨਾ ਹੈ ਇੱਕ ਹਿਸਾਬ ਨਾਲ, ਕਿਉਂਕਿ ਜਿਹੜਾ ਬੇਅੰਤ ਹੈ ਉਹ ਗਿਣਤੀਆਂ ਮਿਣਤੀਆਂ ਦੇ ਵਿੱਚ ਨਹੀਂ ਆ ਸਕਦਾ। ਇਹਦੇ ਵਾਸਤੇ ਮਾਲਾ ਵਾਸਤੇ ਮੁਸਲਮਾਨਾਂ 'ਚ ਤਸਬੀਹ ਸ਼ਬਦ ਵੀ ਵਰਤਿਆ ਜਾਂਦਾ ਹੈ ਤੇ ਇਹਨਾਂ ਦੀ ਗਿਣਤੀ ਜਿਹੜੀ ਆ ਕੋਈ 100 ਹੁੰਦੀ ਹੈ, 101 ਮਾਲਾ ਹੁੰਦੀ ਹੈ ਤੇ ਕਈ ਤਰ੍ਹਾਂ ਦੇ ਜਿਹੜੇ ਆ ਨਾ ਵੱਖ-ਵੱਖ ਤਰੀਕਿਆਂ ਦੇ ਨਾਲ ਮਾਲਾ ਜਪਦੇ ਆ। ਪਰ ਸਤਿਗੁਰਾਂ ਨੇ ਜਿਹੜਾ ਸਾਨੂੰ ਉਪਦੇਸ਼ ਦਿੱਤਾ ਹੈ ਕਿ ਸੁਕਿਰਤ ਕਰਨੀ ਸਾਰ ਜਪਮਾਲੀ, ਹਿਰਦੈ ਫਿਰ ਚਲੈ ਤੁਧ ਨਾਲੀ। ਹਿਰਦੈ ਸਮਾਲੈ ਮੁਖ ਹਰਿ ਹਰਿ ਬੋਲੈ, ਸੋ ਜਨ ਇਤ ਉਤ ਕਤੇ ਨਾ ਡੋਲਿਆ। ਆਪਣੇ ਹਿਰਦੇ 'ਚ ਹੀ ਪ੍ਰਮਾਤਮਾ ਨੂੰ ਜਪੀ ਜਾ, ਤੈਨੂੰ ਕੋਈ ਮਾਲਾ ਜਪਣ ਦੀ ਲੋੜ ਹੀ ਨਹੀਂ ਪੈਣੀ। ਇਸ ਕਰਕੇ ਕਹੋ ਨਾਨਕ ਜੋ ਰਾਚੇ ਨਾਏ, ਹਰ ਮਾਲਾ ਤਾਂ ਕੇ ਸੰਗ ਜਾਏ। ਜੋ ਰੰਗ ਦੇ ਵਿੱਚ ਰਚੇ ਹੋਏ ਆ, ਜੋ ਨਾਮ ਦੇ ਰੰਗ ਦੇ ਵਿੱਚ ਜੁੜੇ ਹੋਏ ਆ, ਉਹਨਾਂ ਦੇ ਲਈ ਨਾਮ ਹੀ ਜਿਹੜਾ ਉਹ ਮਾਲਾ ਹੈ, ਜਿਹੜਾ ਆਪਣੇ ਹਿਰਦੇ ਵਿੱਚ ਜਪਦੇ ਆ। ਮਾਲਾ ਸ਼ਬਦ ਤੋਂ ਬਾਅਦ ਗੋਰ, ਗੋਰ ਤੋਂ ਭਾਵ ਹੁੰਦਾ ਹੈ ਜਿਹੜੀ ਕਬਰ ਤੇ ਮੱਠ, ਮੱਠ ਬਣੇ ਹੁੰਦੇ ਆ ਜਿਵੇਂ ਕਿਸੇ ਨੂੰ ਦਬਾ ਕੇ ਉੱਤੇ ਥੜਾ ਬਣਾ ਦਿੰਦੇ, ਉਹਨੂੰ ਮੱਠ ਕਿਹਾ ਜਾਂਦਾ ਹੈ। ਇਹਨਾਂ ਦੀ ਮੈਂ ਇਕੱਠੀ ਵਿਆਖਿਆ ਕਰਾਂਗਾ। ਮੜੀ ਹੁੰਦੀ ਆ ਜਿਵੇਂ ਕਿਸੇ ਨੂੰ ਅੱਗ ਲਾ ਕੇ ਸਾੜ ਕੇ ਫਿਰ ਉਹਦੀ ਜਗ੍ਹਾ ਦੇ ਉੱਤੇ ਕੋਈ ਚੀਜ਼ ਬਣਾ ਦੇਣੀ, ਉਹਨੂੰ ਮੜੀ ਕਹਿੰਦੇ ਆ। ਇਹ ਹੁਣ ਤਿੰਨ ਚੀਜ਼ਾਂ ਜਿਹੜੀਆਂ ਆਈਆਂ, ਗੋੜ, ਮੱਠ ਤੇ ਮੜੀ, ਇਹਨਾਂ ਦੇ ਵੱਲ ਸਾਡੇ ਸਿੱਖ ਜਿਹੜੇ ਆ ਨਾ ਸਾਡੇ ਉਹ ਜਾਣ ਲੱਗ ਪਏ। ਇਹਨਾਂ ਦਾ ਵੀ ਖਾਸ ਕਰਕੇ ਧਿਆਨ ਜਿਹੜਾ ਹੈ ਨਾ ਉਹ ਰੱਖਣਾ ਹੈ। ਜੋ ਸਾਡੇ ਪੰਥ ਨੇ ਗੱਲ ਕਹੀ ਹੈ ਕਿ ਗੋਰ, ਮੱਠ ਤੇ ਮੜੀ, ਅਸੀਂ ਕੀ ਕਰਦੇ ਹਾਂ ਕਿ ਇਸਲਾਮ ਧਰਮ ਦੇ ਵਿੱਚ ਜਿਹੜਾ ਹੈ ਨਾ ਕਬਰਾਂ ਨੂੰ ਮੰਨਣਾ ਉਹ ਹਰਾਮ ਮੰਨਿਆ ਗਿਆ। ਜਿਵੇਂ ਸਾਡੇ ਵਿੱਚ ਚਾਰ ਚੀਜ਼ਾਂ ਹੈ ਨਾ ਕਿ ਆਪਾਂ ਉਹ ਚਾਰ ਚੀਜ਼ਾਂ ਕਰਾਂਗੇ ਤੇ ਧਰਮ ਤੋਂ ਪਤਿਤ ਹੋ ਜਾਵਾਂਗੇ, ਹਨਾ। ਜਿਵੇਂ ਸਾਡੇ ਵਿੱਚ ਹੈ ਕਿ ਸਾਨੂੰ ਕਿਸਾਂ ਦੀ ਬੇਅਦਬੀ, ਨਸ਼ਾ ਕਰਨਾ, ਤੰਬਾਕੂ ਦਾ ਸੇਵਨ ਕਰਨਾ, ਪਾਰਸਤੀ ਪਰ ਪੁਰਸ਼ ਗਮਨ। ਇਹ ਇਸੇ ਤਰ੍ਹਾਂ ਇਹਨਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਗੱਲ ਲਿਖੀ ਗਈ ਹੈ ਇਸਲਾਮ ਧਰਮ ਦੇ ਵਿੱਚ ਕਿ ਕਿਸੇ ਮੜੀ ਨੂੰ, ਕਿਸੇ ਗੋਰ ਨੂੰ ਨਹੀਂ ਪੂਜਣਾ, ਕਿਸੇ ਕਬਰ ਨੂੰ ਨਹੀਂ ਪੂਜਣਾ। ਪਰ ਜਦੋਂ ਅਸੀਂ ਪੰਜਾਬ ਜਾਂਦੇ ਹਾਂ, ਪੰਜਾਬ ਦੇ ਵਿੱਚ ਦੇਖਦੇ ਹਾਂ ਕਿ ਵੱਖ-ਵੱਖ ਜਗ੍ਹਾ ਦੇ ਉੱਤੇ ਮੜੀਆਂ ਬਣੀਆਂ ਹੋਈਆਂ ਕਿਸੇ ਪੀਰਾਂ ਫਕੀਰਾਂ ਦੀਆਂ, ਉਹਨਾਂ ਉੱਤੇ ਵੀਰਵਾਰ ਤੇ ਵੀਰਵਾਰ ਅੰਮ੍ਰਿਤਧਾਰੀ ਜਾ ਕੇ ਪ੍ਰਸ਼ਾਦ ਚੜਾ ਕੇ ਤੇ ਸੁਖਣਾ ਸੁੱਖ ਕੇ ਆਉਂਦੇ ਆ। ਸੋ ਇਹ ਗੱਲ ਇੱਥੇ ਸਾਡੇ ਪੰਥ ਨੇ ਬੜੀ ਨਿਰਧਾਰਿਤ ਕੀਤੀ ਗਈ ਆ ਕਿ ਮੱਠ, ਮੋਹ, ਗੋਰ, ਮੜੀ, ਮੱਤ, ਭੂਲ ਨਾ ਮੰਨੈ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਵਚਨ ਹੈ ਕਿ ਇਹੋ ਜਿਹੀਆਂ ਮੜੀਆਂ ਤੇ ਮੱਠਾਂ ਨੂੰ ਜਿਹੜਾ ਹੈ ਭੁੱਲ ਕੇ ਵੀ ਨਹੀਂ ਸਿੱਖ ਨੇ ਮੰਨਣਾ। ਮੂਰਤੀ ਪੂਜਾ, ਮੂਰਤੀ ਪੂਜਾ ਜਿਹੜੀ ਹੈ ਉਹ ਸਿੱਖ ਨੇ ਨਹੀਂ ਕਰਨੀ, ਕਿਉਂਕਿ ਮੂਰਤੀ ਜਿਹੜੀ ਆਪ ਮੂਰਤ ਹੈ, ਜਿਹੜੀ ਆਪ ਨੂੰ ਨਹੀਂ ਪਤਾ ਕਿ ਕਿਹੜੇ ਵੇਲੇ ਜਿਹਨੇ ਕੁਝ ਬੋਲ ਕੇ ਦੱਸਣਾ ਹੀ ਨਹੀਂ ਤੇ ਉਹਦੇ ਕੋਲ ਕੀ ਉਹਦੇ ਪੈਰਾਂ 'ਚ ਪੈਣ ਦਾ ਕੋਈ ਫਾਇਦਾ ਹੈ? ਨਹੀਂ, ਬਿਲਕੁਲ ਫਾਇਦਾ ਨਹੀਂ। ਕਿਉਂਕਿ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆ ਕੇ ਝੁਕਦੇ ਹਾਂ ਤੇ ਸਤਿਗੁਰੂ ਸਾਨੂੰ ਬੋਲ ਕੇ ਸ਼ਬਦ ਵੀ ਦੱਸਦੇ ਨੇ ਕਿ ਭਾਈ ਸਿੱਖਾ ਤੂੰ ਆਪਣਾ ਜੀਵਨ ਇਸ ਤਰ੍ਹਾਂ ਸਵਾਰ। ਤੇ ਜੇ ਆਪਾਂ ਕਿਸੇ ਮੂਰਤੀ ਦੇ ਅੱਗੇ ਜਾ ਕੇ ਮੱਥਾ ਟੇਕਾਂਗੇ ਤੇ ਮੂਰਤੀ ਸਾਨੂੰ ਇਹ ਥੋੜੀ ਕਹਿੰਦੀ ਕਿ ਤੂੰ ਆਪਣਾ ਜੀਵਨ ਇਸ ਤਰ੍ਹਾਂ ਸਵਾਰ ਸਕਦਾ। ਉਹ ਥੋੜੀ ਕਹਿ ਸਕਦੀ ਹੈ ਕਿ ਤੇਰੇ ਅੰਦਰ 5 ਵਿਕਾਰ ਆ ਤੇ ਉਹਨਾਂ ਨੂੰ ਤੂੰ ਖਤਮ ਕਰਨਾ ਨਹੀਂ ਕਹਿ ਸਕਦੀ ਮੂਰਤੀ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਬੋਲ ਕੇ ਦੱਸਦੇ ਆ ਕਿ ਭਾਈ ਮਾਰੈ ਲੂਟੈ ਨੀਤ ਕਿਸ ਸਿਆਗੇ ਕਰੀ ਪੁਕਾਰ ਜਨਾ, ਕਿ ਨਿਤ ਨਿਤ ਮੈਨੂੰ ਇਹ 5 ਵਿਕਾਰ ਢਾਉਂਦੇ ਆ ਕੇ ਤੇ ਇਹ ਵਾਹਿਗੁਰੂ ਕਿਹਦੇ ਅੱਗੇ ਪੁਕਾਰ ਕਰੀਏ ਜਾ ਕੇ ਆਪ ਜੀ ਤੋਂ ਬਿਨਾਂ। ਇਸ ਤਰ੍ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਇਹ ਗੱਲਾਂ ਬੋਲ ਕੇ ਦੱਸਦੇ ਆ, ਤਾਂ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਦੇ ਹਾਂ। ਤੇ ਇਸ ਕਰਕੇ ਇੱਥੇ ਗੱਲ ਲਿਖੀ ਗਈ ਹੈ ਕਿ ਕਿਸੇ ਮੂਰਤੀ ਦਾ ਪੂਜਨ ਨਹੀਂ ਕਰਨਾ, ਕਿਸੇ ਮੂਰਤੀ ਨੂੰ ਜਾ ਕੇ ਮੱਥੇ ਨਹੀਂ ਟੇਕਣੇ। ਇਹ ਸਾਡਾ ਇੱਕ ਭਰਮ ਹੈ। ਜੇ ਅਸੀਂ ਸਿੱਖ ਹਾਂ ਤੇ ਸਾਡੇ ਲਈ ਇਹ ਕੰਮ ਚੰਗਾ ਨਹੀਂ ਹੈ। ਆਦ ਭਰਮ ਰੂਪ ਕਰਮਾਂ ਉੱਤੇ ਨਿਸ਼ਚਾ ਨਹੀਂ ਕਰਨਾ। ਹੋਰ ਕਈ ਤਰ੍ਹਾਂ ਦੇ ਭਰਮ ਜਿਹੜੇ ਸਾਡੇ ਜੀਵਨ ਵਿੱਚ ਹੁੰਦੇ ਆ, ਉਹਨਾਂ ਉੱਤੇ ਨਿਸ਼ਚਾ ਨਹੀਂ ਕਰਨਾ। ਉਹ ਭਰਮ ਜਿਹੜੇ ਨਹੀਂ ਕਮਾਉਣੇ, ਨਿਸ਼ਚਾ ਰੱਖਣਾ ਤੇ ਸਿਰਫ ਇੱਕ ਅਕਾਲ ਪੁਰਖ ਦੇ ਉੱਤੇ, 10 ਗੁਰੂ ਸਾਹਿਬਾਨ ਤੇ ਬਾਣੀ ਦੇ ਉੱਤੇ ਭਰੋਸਾ ਰੱਖਣਾ ਹੈ। ਹੋਰ ਕਿਸੇ ਤਰ੍ਹਾਂ ਦਾ ਕਿਸੇ ਦੇ ਅੱਗੇ ਝੁਕਣਾ ਨਹੀਂ ਹੈ। ਕਿਸੇ ਨਾਲ ਬਾਕੀ ਕਿਸੇ ਦੇ ਨਾਲ ਬਹਿਸ ਵੀ ਨਹੀਂ ਕਰਨੀ। ਪਰ ਇਹ ਗੱਲ ਜ਼ਰੂਰ ਹੈ ਕਿ ਅਸੀਂ ਆਪਣਾ ਆਪ ਜਿਹੜਾ ਪਵਿੱਤਰ ਕਰੀਏ, ਆਪਣੇ ਆਪ ਨੂੰ ਜਿਹੜਾ ਹੈ ਉਹ ਇਹਨਾਂ ਗੱਲਾਂ ਤੋਂ ਦੂਰ ਰੱਖੀਏ। ਫਿਰ ਉਸ ਤੋਂ ਅੱਗੇ ਗੁਰ ਅਸਥਾਨਾਂ ਤੋਂ ਛੁੱਟ ਕਿਸੇ ਅਨ ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ। ਗੁਰ ਅਸਥਾਨਾਂ ਤੋਂ ਛੁੱਟ ਜਿੰਨੇ ਵੀ ਗੁਰਦੁਆਰੇ ਆ ਉਹਨਾਂ ਦਾ ਹੀ ਰੁੱਖ ਕਰਨਾ ਹੈ, ਉੱਥੇ ਜਾ ਕੇ ਬੈਠਣਾ ਹੈ, ਉੱਥੇ ਜਾ ਕੇ ਸੰਗਤ ਕਰਨੀ ਹੈ।
ਕਿਸੇ ਵੀ ਦੇਵੀ ਦੇਵਤੇ ਦੇ ਮੰਦਿਰ ਦੇ ਉੱਤੇ ਜਾ ਕੇ ਜਾਂ ਉੱਥੇ ਮੱਥੇ ਟੇਕਣੇ ਇਹ ਮਨਮਤ ਹੈ, ਉਹ ਨਹੀਂ ਕਰਨੇ ਸਿੱਖਣੇ। ਤੇ ਉਂਝ ਵੀ ਕਈ ਸਿੱਖ ਜਿਹੜੇ ਆ ਜਵਾਲਾ ਜੀ ਇੱਧਰ ਨੂੰ ਜਾ ਕੇ ਪਹਾੜਾਂ ਦੇ ਵਿੱਚ ਕਹਿੰਦੇ ਚਲੋ ਨਾਲੇ ਦੇਵੀ ਦੇ ਦਰਸ਼ਨ ਕਰ ਆਵਾਂਗੇ, ਨਾਲੇ ਘੁੰਮ ਫਿਰ ਆਵਾਂਗੇ। ਪਰ ਇਹ ਗੱਲਾਂ ਜਿਹੜੀਆਂ ਵਿਚਾਰਨਯੋਗ ਹੈ। ਜੇ ਅਸੀਂ ਸਿੱਖ ਹਾਂ ਤੇ ਅਸੀਂ ਉਹਨਾਂ ਦੇਵੀਆਂ ਦੇ ਕੋਲ ਕਿਉਂ ਜਾਈਏ ਜਿਹੜੀਆਂ ਆਪ ਉਸ ਅਕਾਲ ਪੁਰਖ ਦੇ ਕੋਲੋਂ ਮੰਗਦੀਆਂ ਪਈਆਂ। ਇਸ ਕਰਕੇ ਇੱਥੇ ਪੰਥ ਨੇ ਗੱਲ ਕਰ ਦਿੱਤੀ ਕਿ ਹੋਰ ਤੀਰਥ ਸਥਾਨਾਂ ਜਾਂ ਧਾਮਾਂ ਨੂੰ ਨਹੀਂ ਮੰਨਣਾ, ਗੁਰ ਅਸਥਾਨ ਜਾ ਕੇ ਹੀ ਮੱਥਾ ਟੇਕਣਾ ਹੈ। ਭਾਵ ਗੁਰੂ ਦਾ ਅਸਥਾਨ ਜਿਹੜਾ ਹੈ ਗੁਰਦੁਆਰਾ ਸਾਹਿਬ ਜਾ ਕੇ ਹੀ ਮੱਥਾ ਟੇਕਣਾ ਹੈ, ਉੱਥੇ ਹੀ ਬਾਣੀ ਪੜ੍ਹਨੀ ਹੈ ਬੈਠ ਕੇ। ਪੀਰ ਬ੍ਰਾਹਮਣ ਪੁੱਛਣਾ ਸੁਖਣਾ ਸੀਰਣੀ, ਵੇਦ ਸ਼ਾਸਤਰ ਗਾਇਤਰੀ ਗੀਤਾ ਕੁਰਾਨ ਅੰਜੀਲ ਆਦਿ ਤੇ ਨੀਚਾ ਨਹੀਂ ਕਰਨਾ। ਕਿਸੇ ਪੀਰ ਦੇ ਉੱਤੇ ਭਰੋਸਾ ਨਹੀਂ ਕਰਨਾ। ਕਿੰਨੇ ਪੀਰ ਤੁਰੇ ਫਿਰਦੇ ਆ ਜਿਨ੍ਹਾਂ ਦੀਆਂ ਮੜੀਆਂ, ਜਿਨ੍ਹਾਂ ਦੀਆਂ ਕਬਰਾਂ ਬਣੀਆਂ ਹੋਈਆਂ, ਉਹਨਾਂ ਤੇ ਭਰੋਸਾ ਨਹੀਂ ਕਰਨਾ। ਬ੍ਰਾਹਮਣ ਤੇ ਭਰੋਸਾ ਨਹੀਂ ਕਰਨਾ। ਬ੍ਰਾਹਮਣ ਤੋਂ ਭਾਵ ਜਿਹੜੇ ਪੰਡਿਤ ਲੋਕ ਲੁੱਟਣ ਵਾਲੇ ਆ, ਉਹਨੂੰ ਆਪਣਾ ਗੁਰੂ ਧਾਰਨ ਨਹੀਂ ਕਰਨਾ। ਭਾਵ ਇਹ ਨਹੀਂ ਸਮਝਣਾ ਕਿ ਜੇ ਬ੍ਰਾਹਮਣ ਹੈ ਤੇ ਉਹ ਉੱਚ ਜਾਤੀ ਦਾ ਤੇ ਉਹ ਬ੍ਰਾਹਮਣ ਸਾਡਾ ਗੁਰੂ ਹੈ। ਤੇ ਭਗਤ ਕਬੀਰ ਜੀ ਨੇ ਕਹਿ ਦਿੱਤਾ, ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾਏ। ਕਿ ਇਹ ਜਗਤ ਦਾ ਗੁਰੂ ਹੋ ਸਕਦਾ ਪਰ ਭਗਤਾਂ ਦਾ ਗੁਰੂ ਨਹੀਂ, ਇਹ ਸਿੱਖ ਦਾ ਗੁਰੂ ਨਹੀਂ ਹੋ ਸਕਦਾ ਜਿਹੜਾ ਅਕਾਲ ਪੁਰਖ ਨੂੰ ਮੰਨਣ ਵਾਲਾ। ਇਸ ਕਰਕੇ ਕਿਸੇ ਦੇ ਕੋਲੋਂ ਪੁੱਛਣਾ ਨਹੀਂ ਪਵਾਉਣੀ ਤੇ ਕਿਸੇ ਦੀ ਸੁਖਣਾ ਨਹੀਂ ਸੁਖਣੀ ਕਿਸੇ ਤਰ੍ਹਾਂ ਦੀ ਵੀ, ਤੇ ਕੋਈ ਸੀਰਨੀ ਜਿਹੜੀ ਉਹ ਨਹੀਂ ਕਰਨੀ। ਵੇਦ ਸ਼ਾਸਤਰ ਗਾਇਤਰੀ, ਵੇਦ 4 ਵੇਦ ਆ, ਸ਼ਾਸਤਰ ਜਿਹੜੇ ਆ ਉਹਨਾਂ ਦੇ ਬਾਰੇ ਗੱਲ ਕੀਤੀ ਗਈ ਆ। ਗਾਇਤਰੀ ਮੰਤਰ ਦੀ ਗੱਲ ਕੀਤੀ ਹੈ ਜਿਹੜੀ ਪੰਡਿਤ ਲੋਕ ਪੜ੍ਹਦੇ ਆ, ਓਮ ਭੂਰ ਭੁਵ ਸਵਾਹਾ ਤਸਵਿਤੁਲ ਵਰੇਣੀਅਮ ਭਾਰਗੋ ਦੇਵਾ ਸਦੀ ਮਹੀ ਦਿਓ ਜੋ ਨਾ ਪ੍ਰਚੋਦਇਆ। ਇਹ ਜਿਹੜਾ ਗਾਇਤਰੀ ਮੰਤਰ ਹੈ ਇਹਦਾ ਵੀ ਭਰੋਸਾ, ਭਾਵ ਇਹਨੂੰ ਨਹੀਂ ਜਪਣਾ। ਜਪਣਾ ਹੈ ਤੇ ਸਿਰਫ ਮੂਲ ਮੰਤਰ ਨੂੰ ਜਪਣਾ ਹੈ। ਇਹ ਗਾਇਤਰੀ ਮੰਤਰ ਨੂੰ ਵੀ ਨਹੀਂ ਜਪਣਾ। ਗੀਤਾ, ਫਿਰ ਜਿਹੜੀ ਗੀਤਾ ਹੈ ਜੋ ਕ੍ਰਿਸ਼ਨ ਜੀ ਨੇ ਰਚੀ ਹੈ, ਇਹਦਾ ਵੀ ਭਰੋਸਾ ਨਹੀਂ ਕਰਨਾ। ਭਾਵ ਕਹਿਣ ਤੋਂ ਵੀ ਇਹਦੇ ਉੱਤੇ ਵੀ ਜਿਹੜਾ ਹੈ ਇਹਦਾ ਮੰਨਣ ਨਹੀਂ ਕਰਨਾ। ਕੁਰਾਨ ਦਾ ਵੀ ਮੰਨਣ ਨਹੀਂ ਕਰਨਾ। ਅੰਜੀਲ ਜਿਹੜੀ ਹੁੰਦੀ ਹੈ, ਇਹ ਜਿਹੜੇ ਹੁੰਦੇ ਹਨ ਬਾਈਬਲ ਕਹਿ ਲਓ, ਅੰਜੀਲ ਤੋਂ ਭਾਵ ਜੋ ਪੱਛਮੀ ਗ੍ਰੰਥ ਹਨ ਉਹਨਾਂ ਨੂੰ ਅੰਜੀਲ ਕਿਹਾ ਗਿਆ ਹੈ। ਜਿਵੇਂ ਤੋਰੇਤ, ਜੰਬੂਰ, ਕੁਰਾਨ, ਅੰਜੀਲ, ਇਹ ਜਿਹੜੇ ਸ਼ਬਦ ਆਉਂਦੇ ਆ ਇਹਨਾਂ ਨੂੰ ਵੀ ਨਹੀਂ ਮੰਨਣਾ। ਅੰਜੀਲ ਤੋਂ ਭਾਵ ਇਹ ਵੀ ਆਪਾਂ ਲੈ ਸਕਦੇ ਜਿਹੜੇ ਬੌਧਿਕ ਗ੍ਰੰਥ ਹੋ ਗਏ ਜਾਂ ਜਿਹੜੇ ਮਹਾਵੀਰ ਜੈਨੀਆਂ ਦੇ ਗ੍ਰੰਥ ਹੋ ਗਏ, ਉਹਨਾਂ ਉੱਤੇ ਨਿਸ਼ਚਾ ਨਹੀਂ ਕਰਨਾ। ਹਾਂ, ਆਮ ਵਾਕਫੀ ਲਈ ਅਨਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ। ਆਮ ਵਾਕਫੀ ਲਈ ਵੀ ਇਹ ਜਾਣਨ ਵਾਸਤੇ ਕਿ ਵੇਦਾਂ ਦੇ ਵਿੱਚ ਕੀ ਸਿੱਖਿਆ ਦਿੱਤੀ ਗਈ ਆ, ਸ਼ਾਸਤਰਾਂ 'ਚ ਕੀ ਕਿਹਾ ਗਿਆ ਆ, ਗਾਇਤਰੀ ਮੰਤਰ ਦੇ ਕੀ ਅਰਥ ਆ, ਗੀਤਾ ਕੀ ਕਹਿੰਦੀ ਆ, ਕੁਰਾਨ ਕੀ ਕਹਿੰਦਾ ਆ, ਅੰਜੀਲ ਕੀ ਕਹਿੰਦੀ ਆ। ਇਹਨਾਂ ਨੂੰ ਪੜ੍ਹ ਸਕਦੇ ਅਸੀਂ ਆਪਣੇ ਵਾਸਤੇ, ਪਰ ਹਾਂ ਵਾਕਫੀ ਵਾਸਤੇ ਪੜ੍ਹਨੇ ਆ, ਪਰ ਇਹਨਾਂ ਦੇ ਉੱਤੇ ਭਰੋਸਾ ਨਹੀਂ ਕਰਨਾ। ਭਰੋਸਾ ਕਰਨਾ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਤੇ, ਜੋ ਸਭ ਤੋਂ ਪਹਿਲੀ ਗੱਲ ਐੜਾ ਨੰਬਰ 'ਚ ਆਈ ਆ ਕਿ 10 ਗੁਰੂ ਸਾਹਿਬਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸਾਹਿਬ ਦੀ ਬਾਣੀ ਨੂੰ ਮੰਨਣਾ ਹੈ। ਸਿਰਫ ਭਰੋਸਾ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਰੱਖਣਾ ਹੈ ਜਿਹਨੇ ਸਾਨੂੰ ਇਸ ਸੰਸਾਰ ਤੋਂ ਪਾਰ ਲਾਉਣਾ ਹੈ। ਤੇ ਸੋ ਸਾਧ ਸੰਗਤ, ਸਮਾਂ ਜਿਹੜਾ ਹੈ ਉਹ ਕਾਫੀ ਹੋ ਚੁੱਕਾ ਹੈ ਤੇ ਆਪਾਂ ਅੱਜ ਦੀ ਕਲਾਸ ਕਾਫੀ ਚਲੋ ਲੰਬੀ ਵੀ ਹੋ ਗਈ। ਤੇ ਇਹ ਜੋ ਅਸੀਂ ਦੱਸਣਾ ਵੀ ਜ਼ਰੂਰੀ ਸੀ ਕਿ ਇਹ ਜਿਹੜੇ ਖਾਸ ਕਰਕੇ ਗੁਰਮਤਿ ਦੀ ਰਹਿਣੀ ਦੇ ਵਿੱਚ ਜੋ ਇਹ ਗੱਲਾਂ ਆਈਆਂ ਹਨ ਉਹ ਕਿਉਂ ਜ਼ਰੂਰੀ ਹਨ, ਕਾਹਦੇ ਵਾਸਤੇ ਲਿਖੀਆਂ ਗਈਆਂ ਹਨ। ਕਿਉਂਕਿ ਭੁੱਲੇ ਭਟਕੇ ਜਿਹੜੇ ਸਾਡੇ ਸਿੱਖ ਹਨ ਉਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ। ਕਿਉਂਕਿ ਕਈ ਐਸੇ ਹੁੰਦੇ ਆ ਜਿਨ੍ਹਾਂ ਨੂੰ ਦੁੱਖ, ਤੇ ਦੇਖੋ ਹਰ ਸੰਸਾਰ ਦਾ ਕੋਈ ਵੀ ਮਨੁੱਖ ਹੈ ਉਹਦੇ ਉੱਤੇ ਦੁੱਖ ਆਉਣਾ ਹੈ। ਕਿ ਸਾਹਿਬਜ਼ਾਦਿਆਂ ਦੇ ਉੱਤੇ ਦੁੱਖ ਨਹੀਂ ਆਏ? ਸਾਹਿਬਜ਼ਾਦਿਆਂ ਦੇ ਉੱਤੇ, ਛੋਟੇ ਸਾਹਿਬਜ਼ਾਦਿਆਂ ਨੂੰ ਕਿੰਨੀ ਜਿਹੜਾ ਸੀ ਸੂਬੇ ਸਰਹੰਦ ਨੇ ਕਿੰਨੇ ਤਸੀਹੇ ਦੇ ਕਰਕੇ ਜਿਹੜਾ ਸੀ ਉਹ ਕਤਲ ਕੀਤਾ, ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਤੇ ਉਹਨਾਂ ਦੇ ਉੱਤੇ ਵੀ ਦੁੱਖ ਆਏ। ਤੇ ਉਹਨਾਂ ਨੇ ਕੀ ਆਪਣਾ ਧਰਮ ਤਿਆਗ ਦਿੱਤਾ ਸੀ? ਨਹੀਂ ਤਿਆਗਿਆ ਸੀ। ਉਹ ਵੀ ਕਹਿ ਦਿੰਦੇ ਕਿ ਅਸੀਂ ਮੁਸਲਮਾਨ ਬਣ ਜਾਂਦੇ ਹਾਂ। ਤੇ ਜੇ ਇਹੀ ਸਾਡੇ ਉੱਤੇ ਲਾਗੂ ਹੋ ਜਾਵੇ ਤੇ ਸਾਨੂੰ ਵੀ ਸਤਿਗੁਰਾਂ ਨੇ ਦੇਖੋ ਕਿੱਡਾ ਸੋਹਣਾ ਤੇ ਕਿੱਡਾ ਵਧੀਆ ਰਸਤਾ ਦਿੱਤਾ ਹੈ ਕਿ ਸਿੱਧਾ ਅਕਾਲ ਪੁਰਖ ਦੀ ਬਾਹ ਫੜਾਈ ਹੈ ਸਾਨੂੰ। ਤੇ ਇਸ ਕਰਕੇ ਸਾਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਕਿ ਇਹਨਾਂ ਗੱਲਾਂ ਵੱਲ, ਇਹਨਾਂ ਚੀਜ਼ਾਂ ਵੱਲ ਸਾਨੂੰ ਨਹੀਂ ਜਾਣਾ ਚਾਹੀਦਾ। ਤੇ ਹਾਂ, ਸਾਨੂੰ ਜੋ ਅਖੀਰਲੀ ਗੱਲ ਕਹੀ ਹੈ ਕਿ ਇਹਨਾਂ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਉਹਨਾਂ ਦਾ ਗਿਆਨ ਪ੍ਰਾਪਤ ਕਰਨਾ, ਗਾਇਤਰੀ ਮੰਤਰ ਦੇ ਅਰਥ ਪਤਾ ਕਰਨੇ, ਗੀਤਾ ਬਾਰੇ ਜਾਣਕਾਰੀ, ਇਹੋ ਜਿਹੀਆਂ ਜਾਣਕਾਰੀਆਂ ਸਾਨੂੰ ਹੋਣੀਆਂ ਜ਼ਰੂਰ ਚਾਹੀਦੀਆਂ। ਕਿਉਂਕਿ ਆਉਣ ਵਾਲੇ ਸਮੇਂ 'ਚ ਅਸੀਂ ਜੇ ਕਿਸੇ ਅਣਧਰਮੀ ਨੂੰ ਆਪਣਾ ਧਰਮ ਦ੍ਰਿੜ ਕਰਵਾਉਣਾ ਹੈ ਨਾ,
ਉਹਦੇ ਵਾਸਤੇ ਸਾਨੂੰ ਉਹਦੇ ਧਰਮ ਦੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ। ਭਾਵ ਕੋਈ ਹੋਰ ਧਰਮ ਦਾ ਮਨੁੱਖ ਆ ਕੇ ਤੁਹਾਨੂੰ ਕਵੇ ਕਿ ਭਾਈ ਸਾਡੀ ਗੀਤਾ ਆਹ ਗੱਲ ਕਹਿੰਦੀ ਹੈ, ਤੁਹਾਡਾ ਗੁਰੂ ਗ੍ਰੰਥ ਸਾਹਿਬ ਕੀ ਗੱਲ ਕਹਿੰਦਾ ਹੈ, ਮੈਨੂੰ ਦੱਸੋ ਭਲਾ। ਤੇ ਫਿਰ ਅਸੀਂ ਉਹਨੂੰ ਕੰਪੇਅਰ ਕਰਕੇ ਦੱਸ ਸਕਦੇ ਹਾਂ ਕਿ ਭਾਈ ਤੁਹਾਡੀ ਗੀਤਾ ਦੇ ਵਿੱਚ ਆਹ ਗੱਲ ਇਸ ਤਰ੍ਹਾਂ ਲਿਖੀ ਹੈ, ਸਾਡੇ ਗੁਰੂ ਗ੍ਰੰਥ ਸਾਹਿਬ ਨੇ ਇਸ ਗੱਲ ਨੂੰ ਇਸ ਤਰ੍ਹਾਂ ਲਿਖਿਆ ਹੈ, ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜਿਹੜੇ ਉਹ ਮਹਾਨ ਹਨ। ਇਸ ਕਰਕੇ ਸਾਧ ਸੰਗਤ ਇਹ ਗੱਲਾਂ ਜਿਹੜੀਆਂ ਹਨ ਇਹਨਾਂ ਨੂੰ ਸਾਨੂੰ ਮੰਨਣਾ ਪਏਗਾ ਤੇ ਇਹਨਾਂ ਦੇ ਉੱਤੇ ਸਾਨੂੰ ਜਿਹੜਾ ਹੈ ਉਹ ਖਿਆਲ ਕਰਨਾ ਪਏਗਾ। ਤੇ ਮੈਂ ਬੇਨਤੀ ਕਰਾਂ ਕਿ ਹੁਣ ਮੈਂ ਸਵਾਲ ਨਹੀਂ ਗਾ ਕਹਿ ਸਕਦਾ ਤੁਹਾਨੂੰ, ਕਿਉਂਕਿ ਮੇਰਾ ਗਲਾ ਥੱਕ ਗਿਆ ਬੋਲਦਿਆਂ। ਤੇ ਆਪਾਂ ਕੱਲ ਨੂੰ ਜੋ ਆਪ ਜੀ ਨੇ ਸਕਰੀਨ ਤੁਹਾਨੂੰ ਸ਼ੇਅਰ ਕੀਤੀ ਸੀ, ਆਪ ਜੀ ਨੇ ਇਹਦੇ ਵਿੱਚ ਸਾਰੇ ਜੋ ਆਪਾਂ ਪੜ੍ਹਿਆ ਹੈ ਉਹਨੂੰ ਚੰਗੀ ਤਰ੍ਹਾਂ ਵਿਚਾਰ ਲੈਣਾ। ਆਪਾਂ ਕੱਲ ਨੂੰ ਜਿਹੜਾ ਸਵਾਲ ਜਵਾਬ ਤੋਂ ਹੀ ਆਰੰਭ ਕਰਾਂਗੇ। ਸਵਾਲ ਜਵਾਬ ਕਰਨ ਤੋਂ ਬਾਅਦ ਫਿਰ ਆਪਾਂ ਜਿਹੜਾ ਹੈ ਅਗਲੀ ਇਸੇ ਕਲਾਸ ਦਾ ਅਗਲਾ ਜਿਹੜਾ ਟੌਪਿਕ ਹੈ ਚੱਲ ਰਿਹਾ ਉਹਨੂੰ ਆਪਾਂ ਇਸੇ ਤਰ੍ਹਾਂ ਨਿਰੰਤਰ ਜਿਹੜਾ ਜਾਰੀ ਰੱਖਾਂਗੇ। ਤੇ ਇਸੇ ਤਰ੍ਹਾਂ ਸ਼ਾਮ ਨੂੰ 6:30 ਵਜੇ ਜੋ ਗੁਰਮਤਿ ਦੀ ਕਲਾਸ, ਜੋ ਸੰਥਿਆ ਦੀ ਕਲਾਸ ਹੈ ਉਹ ਲੱਗਣੀ ਹੈ। ਉਹਦੇ ਵਿੱਚ ਵੀ ਆਪ ਜੀ ਨੇ ਜਿਹੜੀ ਹੈ ਜ਼ਰੂਰ ਹਾਜ਼ਰੀ ਭਰਨੀ। ਸੋ ਇੰਨੀਆਂ ਕਿ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਹੈ। ਜਿਹੜੀਆਂ ਗੱਲਾਂ ਮੈਨੂੰ ਵੀ ਲੱਗਦਾ ਕੁਝ ਕਾਫੀ ਗੱਲਾਂ ਵਿੱਚੋਂ ਰਹਿ ਗਈਆਂ ਦੱਸਣ ਵਾਲੀਆਂ, ਮੈਂ ਵੀ ਕੋਸ਼ਿਸ਼ ਕਰਾਂਗਾ ਕੱਲ ਨੂੰ ਉਹਨਾਂ ਨੂੰ ਹੋਰ ਚੰਗੇ ਤਰੀਕੇ ਦੇ ਨਾਲ ਖੋਲ ਕੇ ਆਪ ਜੀ ਦੇ ਸਾਹਮਣੇ ਪੇਸ਼ ਕਰ ਸਕਾਂ। ਤੇ ਸੋ ਇੰਨੀਆਂ ਕਿ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀਆਂ। ਸਵਾਲ ਹੋਇਆ ਉਹ ਆਪਾਂ ਕੱਲ ਨੂੰ ਵਿਚਾਰ ਲਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।